ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਹਿੰਦੀ ਫਿਲਮਾਂ ਦੇ ਮਸ਼ਹੂਰ ਹੀਰੋ ਸਨੀ ਦਿਓਲ ਜਦੋਂ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕਰਦੇ ਆ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਸਨ ਤਾਂ ਲੋਕਾਂ ਨੇ ਉਹਨਾਂ ਵਿੱਚ ਅਸਲੀ ਹੀਰੋ ਦੇਖਿਆ ਸੀ। ਲੋਕਾਂ ਨੇ ਉਮੀਦ ਜਤਾਈ ਸੀ ਕਿ ਵਿਨੋਦ ਖੰਨਾ ਦੀ ਤਰ੍ਹਾਂ ਉਹ ਵੀ ਹਲਕੇ ਦੇ ਵਿਕਾਸ ਲਈ ਕੁਝ ਵੱਖਰਾ ਕਰਕੇ ਦਿਖਾਉਣਗੇ। ਸਨੀ ਦਿਓਲ ਨੇ ਵੀ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ। ਇਸੇ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਨੇ ਉਹਨਾਂ ਨੂੰ 84,500 ਦੀ ਭਾਰੀ ਲੀਡ ਨਾਲ ਜਿਤਾਇਆ ਸੀ। ਪਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ, ਸਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਦਿਖਾਉਣਾ ਜ਼ਰੂਰੀ ਨਹੀਂ ਸਮਝਿਆ। ਦੋਸਤੋ, ਮੈਂ ਸੋਚ ਕੇ ਹੈਰਾਨ ਸੀਗੀ ਵੀ ਪਿਛਲੇ 4 ਸਾਲ ਹੋ ਗਏ ਸਨੀ ਦਿਓਲ ਗੁਰਦਾਸਪੁਰ ਤੋਂ ਜੋ ਮੈਂਬਰ ਪਾਰਲੀਮੈਂਟ ਹਨ ਲੋਕ ਸਭਾ ਹਲਕੇ ਤੋਂ, ਜਿੱਥੇ ਲੋਕਾਂ ਨੇ ਵੱਡੇ ਲੈਵਲ ਤੇ ਵੱਡੇ ਪੈਮਾਨੇ ਤੇ ਵੋਟਾਂ ਪਾ ਕੇ ਲੋਕ ਸਭਾ ਭੇਜਿਆ, ਉਥੋਂ ਵੀ ਗਾਇਬ ਨੇ। ਔਰ ਇਹਨਾਂ ਦੀ ਲੰਬੀ ਗੈਰ ਹਾਜ਼ਰੀ ਦੇ ਨਾਲ ਗੁਰਦਾਸਪੁਰ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ। ਜਾਂ ਤੁਸੀਂ ਇਹ ਕਹਿ ਲਓ ਕਿ ਇਹਨਾਂ ਦੀ ਨਲਾਇਕੀਆਂ ਕਾਰਨ 5 ਤੋਂ 10 ਸਾਲ ਗੁਰਦਾਸਪੁਰ ਹੋਰ ਪਿੱਛੇ ਜਿਹੜਾ ਉਹਨੂੰ ਉਹ ਧਕੇਲ ਦਿੱਤਾ ਆ। ਔਰ ਮੈਂ ਅੱਜ ਮਜਬੂਰ ਹਾਂ ਫਿਰ ਲੋਕ ਸਭਾ ਸਪੀਕਰ ਨੂੰ ਇੱਕ ਪੱਤਰ ਲਿਖਣ ਲਈ। ਮੈਂ ਦੁਬਾਰਾ ਉਹਨਾਂ ਨੂੰ ਇੱਕ ਪੱਤਰ ਲਿਖ ਰਿਹਾ ਔਰ ਮੈਂ ਸਾਫ਼ ਇਹ ਤੁਸੀਂ ਅਗਰ ਪੱਤਰ ਪੜ੍ਹੋਗੇ ਤੇ ਇੱਥੇ ਮੈਂ ਸੰਖੇਪ ਦੇ ਵਿੱਚ ਉਹਨਾਂ ਨੂੰ ਇੱਕ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਦਾਸਪੁਰ ਦੇ ਕੀ ਹਾਲਾਤ ਹਨ, ਗੁਰਦਾਸਪੁਰ ਕਿਸ ਮੁੱਦਿਆਂ ਤੋਂ ਜੂਝ ਰਿਹਾ ਔਰ ਕਿਹੜੇ ਮੁੱਦੇ ਜ਼ਰੂਰੀ ਨੇ ਜਿਹੜੇ ਇਸ ਵੇਲੇ ਹੱਲ ਕਰਨ ਦੀ ਲੋੜ। ਉਹ ਸਾਡੇ ਮਹਾਨ ਨਾਇਕ, ਮੈਂ ਤੇ ਨਲਾਇਕ ਕਹਾਂਗਾ, ਮਹਾਨ ਨਲਾਇਕ, ਮੈਨੂੰ ਇਹ ਸ਼ਬਦ ਵਰਤਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ, ਕਿਉਂਕਿ ਅਜਿਹੇ ਲੋਕਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਪ੍ਰਦਰਸ਼ਨ ਕਰਨ ਤੋਂ, ਲੋਕਾਂ ਤੇ ਸੜਕਾਂ ਤੇ ਆਉਣ ਲਈ ਸਾਨੂੰ ਮਜਬੂਰ ਕਰ ਦਿੱਤਾ। ਗੁਰਦਾਸਪੁਰ ਦੇ ਹਾਲਾਤ ਕੀ ਨੇ? ਇੱਕ ਬਾਰਡਰ ਇਲਾਕਾ ਜ਼ਿਲ੍ਹਾ ਸਾਡਾ ਗੁਰਦਾਸਪੁਰ ਜੋ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਸਥਿਤ ਹੈ ਔਰ ਇਸ ਜ਼ਿਲ੍ਹੇ ਦੇ ਵਿੱਚ ਹਰ ਲੋਕ, ਪਹਿਲਾਂ ਤਾਂ ਇੱਕ ਦੇਸ਼ ਭਗਤੀ ਦੇਖੋ ਉਸ ਲੋਕਾਂ ਦੀ ਕਿ ਜਿਹੜੇ ਹਰ ਵੇਲੇ ਸੀਨਾ ਤਾਣ ਕੇ ਉੱਥੇ ਬੈਠੇ ਨੇ ਕਿ ਜਦੋਂ ਗੋਲੀ ਉੱਥੋਂ ਚੱਲਣੀ ਆ, ਚਾਹੇ ਕੋਈ ਇਸ ਤਰ੍ਹਾਂ ਦਾ ਵੀ ਉੱਥੋਂ ਕੋਈ ਹਮਲਾਵਰ ਰੁੱਖ ਕੋਈ ਦੁਸ਼ਮਣ ਦੇਸ਼ ਸਾਡਾ ਇੱਥੇ ਅਪਣਾਊਗਾ ਤਾਂ ਪਹਿਲਾਂ ਸਾਡੇ ਉਸ ਲੋਕਾਂ ਦਾ ਨੁਕਸਾਨ ਹੋਊਗਾ, ਫਿਰ ਉਹ ਕਿਤੇ ਦਿੱਲੀ ਤੱਕ ਕੋਈ ਗੱਲ ਜਾਣੀ ਹੈ। ਔਰ ਅਜਿਹੇ ਲੋਕਾਂ ਨੂੰ ਮਿਲ ਕੀ ਰਿਹਾ ਵਾ? ਸਿਰਫ ਇਹਨਾਂ ਨੂੰ ਲਾਰੇ ਲੱਪੇ ਜਿਹੜੇ ਨੇ ਉਹ ਪਿਛਲੇ ਸਾਲਾਂ ਤੋਂ ਮਿਲਦੇ ਆ ਰਹੇ। ਸੋ ਮੈਂ ਮਜਬੂਰਨ ਫਿਰ ਜਿਹੜਾ ਵਾ ਪੱਤਰ ਲਿਖਣ ਤੋਂ ਮੈਨੂੰ ਮਜਬੂਰ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਮੈਂ ਇਹਨਾਂ ਨੂੰ ਪੱਤਰ ਲਿਖ ਕੇ ਆਪਣੇ ਮਾਨਯੋਗ ਸ਼੍ਰੀ ਰਾਸ਼ਟਰਪਤੀ ਜੀ ਨੂੰ, ਲੋਕ ਸਭਾ ਸਪੀਕਰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਪੱਤਰ ਲਿਖ ਕੇ ਵਾਰ-ਵਾਰ ਬੇਨਤੀ ਕੀਤੀ ਸੀ ਵੀ ਇਹਨਾਂ ਦੀ ਲੋਕ ਸਭਾ ਮੈਂਬਰੀ ਨੂੰ ਤਾਂ ਸਿੱਧਾ ਜਿਹੜੀ ਮੈਂਬਰਸ਼ਿਪ ਉਹ ਰੱਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇਹ ਲੋਕ ਇਸ ਯੋਗ ਹੀ ਨਹੀਂ ਹੈਗੇ ਕਿ ਜਿੱਥੇ ਲੋਕਾਂ ਦਾ ਇਹਨਾਂ ਨੇ ਵੱਡਾ ਭਰੋਸਾ ਤੋੜਿਆ। ਤੁਸੀਂ ਲੋਕਤੰਤਰ ਕਰਦੇ ਹੋ, ਜਿਸ ਲੋਕਤੰਤਰ ਨੂੰ ਅਪਣਾਉਂਦਿਆਂ ਲੋਕਾਂ ਨੇ ਵੋਟਾਂ ਪਾ ਕੇ ਇੱਕ ਨੁਮਾਇੰਦਾ ਚੁਣਿਆ ਹੋਵੇ ਔਰ ਉਸ ਨੁਮਾਇੰਦੇ ਨੇ ਲੋਕਾਂ ਦਾ ਇਹ ਮੁੱਲ ਮੋੜਿਆ ਕਿ ਭਰੋਸਾ ਵੀ ਤੋੜਿਆ। ਔਰ ਤੁਸੀਂ ਹੈਰਾਨ ਹੋ ਕਿ ਪਿਛਲੇ 4 ਸਾਲਾਂ ਦੇ ਵਿੱਚ ਅਨੇਕਾਂ ਸੈਸ਼ਨ ਜਿਹੜੇ ਲੋਕ ਸਭਾ ਦੇ ਹੋ ਚੁੱਕੇ ਨੇ ਔਰ ਇਹਨਾਂ ਨੇ ਸਾਡੇ ਸ਼ਖਸੀਅਤਾਂ ਨੇ ਬਿਲਕੁਲ ਵੀ ਇੱਕ ਵਾਰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਆ ਕੇ ਲੋਕ ਸਭਾ ਗੁਰਦਾਸਪੁਰ ਦੀ ਕੋਈ ਗੱਲ ਕਰ ਲਈ। ਸੋ ਮੈਂ ਇਸ ਕਰਕੇ ਖੁਦ ਬੜਾ ਇਸ ਗੱਲ ਤੋਂ ਚੇਤਨ ਹਾਂ, ਕਿਉਂਕਿ ਮੈਂ ਪੰਜਾਬ ਦੇ ਬਾਕੀ ਭਾਜਪਾ ਲੀਡਰਾਂ ਨੂੰ ਵੀ ਅਪੀਲ ਕਰਦਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਇਸ ਗੱਲ ਦਾ ਰੌਲਾ ਪਾ ਰਹੇ ਹੋ, ਪੰਜਾਬੀਆਂ ਨੂੰ ਵੱਡੇ ਸੁਪਨੇ ਦਿਖਾ ਰਹੇ ਹੋ। ਲੁਧਿਆਣਾ ਟਿੱਪਰ ਐਸੋਸੀਏਸ਼ਨ ਵੱਲੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਵਿਰੋਧ ਜਤਾਉਂਦੇ ਹੋਏ ਆਪਣੇ ਟਿੱਪਰਾਂ ਦੀ ਚਾਬੀਆਂ ਸਮੇਤ ਟਿੱਪਰ ਡੀਸੀ ਲੁਧਿਆਣਾ ਨੂੰ ਦੇਣ ਦੀ ਗੱਲ ਕਹੀ ਸੀ। ਇਸੇ ਦੇ ਤਹਿਤ ਜਲੰਧਰ ਬਾਈਪਾਸ ਦਾਣਾ ਮੰਡੀ ਤੋਂ ਇਹ ਟਿੱਪਰ ਰਵਾਨਾ ਹੋਏ ਸੀ, ਪਰ ਮੌਕੇ ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਹੁੰਚ ਇਹਨਾਂ ਟਿੱਪਰ ਚਾਲਕਾਂ ਨੂੰ ਰੋਕ ਦਿੱਤਾ ਤੇ ਭਰੋਸਾ ਦਿੱਤਾ ਕਿ ਟਿੱਪਰ ਚਾਲਕਾਂ ਨੂੰ ਵੀ 5.50 ਫੁੱਟ ਰੇਤਾ ਭਰਵਾਉਣ ਲਈ ਸਰਕਾਰ ਨਾਲ ਗੱਲ ਕਰਨ ਨੂੰ ਕਹਾਂਗੇ ਕਿ 24 ਘੰਟਿਆਂ ਦਾ ਸਮਾਂ ਮਿਲਿਆ ਹੈ, ਜਿਸ ਤੋਂ ਬਾਅਦ ਉਹਨਾਂ ਅੱਜ ਦੇ ਲਈ ਟਿੱਪਰ ਡੀਸੀ ਨੂੰ ਨਹੀਂ ਸੌਂਪੇ ਜਾਣਗੇ। ਮੁਹੰਮਦ ਇਲਿਆਸ, ਪ੍ਰਧਾਨ ਲੁਧਿਆਣਾ ਟਿੱਪਰ ਐਸੋਸੀਏਸ਼ਨ। ਅੱਜ ਟਿੱਪਰ ਲਾਏ ਆ, ਅਫਸਰ ਵੀ ਆਏ ਆ, ਕੀ ਵਜ੍ਹਾ ਜੀ? ਇਹ ਸਰ ਸਾਡਾ ਪ੍ਰੋਗਰਾਮ ਸੀਗਾ ਕਿ ਇੱਥੋਂ ਅਸੀਂ ਸਾਰਾ ਟਿੱਪਰਾਂ ਦਾ ਕਾਫਲਾ ਲੈ ਕੇ ਡੀਸੀ ਦਫ਼ਤਰ ਅਸੀਂ ਜਾਣਾ ਸੀਗਾ, ਉੱਥੇ ਸਾਰੇ ਟਿੱਪਰ ਜਮ੍ਹਾਂ ਕਰਾ ਕੇ ਚਾਬੀਆਂ ਵੀ ਜਮ੍ਹਾਂ ਕਰਾਉਣੀਆਂ ਸੀਗੀਆਂ। ਪਰ ਸਾਨੂੰ ਇੱਥੇ ਹੀ ਸਾਰੇ ਅਫਸਰ ਸਾਹਿਬਾਨ ਇੱਥੇ ਹੀ ਆ ਗਏ ਸੀਗੇ ਸਾਡੇ ਕੋਲ, ਐਸਡੀਐਮ ਸਾਹਿਬ, ਤਹਿਸੀਲਦਾਰ ਸਾਹਿਬ, ਐਸਪੀ ਸਾਹਿਬ। ਉਹ ਆਸ਼ਵਾਸਨ ਇਹੀ ਦਿੱਤਾ ਕਿ 24 ਘੰਟਿਆਂ ਦੇ ਵਿੱਚ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ, ਤੁਹਾਨੂੰ ਵੀ 5.5 ਰੁਪਏ ਫੁੱਟ ਰੇਤਾ ਭਰਾਇਆ ਜਾਊਗਾ। ਜਿਹੜੀਆਂ ਪੋਕ ਲਾਈਨਾਂ ਦੀ ਪਰਮਿਸ਼ਨ ਨਹੀਂ ਹੈਗੀ ਉਹ ਵੀ ਪਰਮਿਸ਼ਨ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕੰਮ ਕਰਾਇਆ ਜਾਵੇ। ਇਸ ਕਰਕੇ ਅਸੀਂ ਇਹ ਕੱਲ੍ਹ ਤੱਕ ਹਲੇ ਪੋਸਟਪੋਨ ਕਰ ਦਿੱਤਾ ਹੈਗਾ। ਸਾਡੇ ਟਿੱਪਰ ਐਜ਼ ਇਟ ਇੱਦਾਂ ਖੜਨਗੇ, ਫਿਰ ਅਸੀਂ ਹੁਣ ਤਾਂ ਲੁਧਿਆਣੇ ਦੇ ਟਿੱਪਰ ਆਏ ਆ,
ਬਾਕੀ 100-150 ਟਿੱਪਰ ਅਸੀਂ ਪਿੱਛੇ ਹੀ ਮਤਲਬ ਰੋਕਤਾ ਸੀਗਾ, ਕਿਉਂਕਿ ਕਈ ਅਫਸਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਕਿ ਤੁਸੀਂ ਮਤਲਬ ਲੁਧਿਆਣਾ ਜਾਮ ਹੋ ਜਾਣਾ, ਇਸ ਕਰਕੇ ਅਸੀਂ ਰੋਕਤੇ ਸੀਗੇ। ਹੁਣ ਅਸੀਂ 24 ਘੰਟੇ ਇੰਤਜ਼ਾਰ ਕਰਾਂਗੇ, ਫਿਰ ਅਸੀਂ ਮਤਲਬ ਪੂਰੇ ਪੰਜਾਬ ਦੇ ਵਿੱਚ ਕਾਲ ਦੇਵਾਂਗੇ, ਘੱਟੋ ਘੱਟ 1000 ਟਿੱਪਰ ਇਕੱਠਾ ਕਰਕੇ ਅਸੀਂ ਡੀਸੀ ਦਫ਼ਤਰ ਦੇ ਬਾਹਰ ਲਾ ਦੇਣਾ, ਔਰ ਚਾਬੀਆਂ ਵੀ ਉਹਨਾਂ ਨੂੰ ਜਮ੍ਹਾਂ ਕਰਾ ਦੇਣੀਆਂ ਨੇ। ਮਤਲਬ ਇੱਕ ਪੰਜਾਬ ਦੇ ਵਿੱਚ ਮਤਲਬ ਦੇਖੋ 2 ਰੇਟ ਨੇ, ਮਤਲਬ ਟਰਾਲੀਆਂ ਨੂੰ 5.5 ਰੁਪਏ ਤੇ ਸਾਨੂੰ 20 ਰੁਪਏ ਫੁੱਟ। ਅਸੀਂ ਕਿੱਥੋਂ ਕੰਮ ਕਰ ਲਾਂਗੇ? ਸਾਡਾ ਸਾਰਾ ਪਰਿਵਾਰ, ਤੁਹਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ? ਇਹ ਤਾਂ ਸਰ ਹੁਣ ਪਤਾ ਨਹੀਂ, ਮਾਨ ਸਾਹਿਬ ਦੱਸ ਸਕਦੇ ਨੇ। ਸਾਡਾ ਸਾਰਾ ਪਰਿਵਾਰ ਡਿਪਰੈਸ਼ਨ ਦੇ ਵਿੱਚ ਆ, ਮੈਂਟਲੀ ਤੌਰ ਤੇ ਅਸੀਂ ਵੀ ਪਰੇਸ਼ਾਨ ਆ ਸਾਰੇ। ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਸਾਡਾ ਹੱਲ ਕੀਤਾ ਜਾਵੇ। ਅਸੀਂ ਕੋਈ ਮਾਫੀਆ ਨਹੀਂ, ਜਿਹੜੇ ਮਾਫੀਆ ਤਾਂ ਫੜਿਆ ਨਹੀਂ ਗਿਆ ਤੁਹਾਡੇ ਤੋਂ। ਜਿਹੜੇ ਸਾਡੇ ਮਿਹਨਤ ਕਰਨ ਵਾਲੇ ਭਰਾ ਨੇ, ਤੁਸੀਂ ਇਹਨਾਂ ਨੂੰ ਮਾਫੀਆ ਦੱਸਦੇ ਪਏ ਹੋ। ਮੈਨੂੰ ਦਿਖਾ ਦਿਓ ਮਤਲਬ ਕਿੱਥੇ ਮਤਲਬ ਤੁਹਾਨੂੰ ਇਹ ਮਾਫੀਆ ਲੱਗ ਰਹੇ ਨੇ। ਸਾਰੇ ਮਿਹਨਤ ਕਰਨ ਵਾਲੇ ਬੰਦੇ ਆ, ਕੋਈ ਇਹਦੇ 'ਚ ਮਾਫੀਆ ਨਹੀਂ ਹੈਗਾ। ਜਿਹੜਾ ਮਾਫੀਆ ਹੈਗਾ ਤੁਸੀਂ ਇਨਵੈਸਟੀਗੇਸ਼ਨ ਕਰੋ, ਤੁਸੀਂ ਉਹਨਾਂ ਤੇ ਕਾਰਵਾਈ ਕਰੋ, ਅਸੀਂ ਤੁਹਾਡੇ ਨਾਲ ਆ। ਹੋਰ ਮੈਂ ਤੁਹਾਡੇ ਸਰ ਇੱਕ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ, ਮਾਨ ਸਾਹਿਬ ਨੇ ਜਿਹੜਾ ਰੇਤਾ ਮਤਲਬ ਟਰਾਲੀ ਵਾਲਿਆਂ ਨੂੰ ਅਲਾਓ ਕੀਤਾ ਹੈਗਾ, ਉਹ ਸਿਰਫ ਘਰ ਦੀ ਜ਼ਰੂਰਤ ਵਾਸਤੇ ਮਤਲਬ ਉਹਨਾਂ ਨੇ ਅਲਾਓ ਕੀਤਾ ਸੀਗਾ, ਪਰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ, ਮਤਲਬ ਕਮਰਸ਼ੀਅਲ ਤੌਰ ਦੇ ਉੱਤੇ ਬਾਜ਼ਾਰ ਦੇ ਵਿੱਚ ਵਿਕ ਰਿਹਾ ਹੈਗਾ। ਮਿਲਦਾ ਹੈ ਟਰਾਲੀਆਂ ਵਾਸਤੇ 5.5 ਰੁਪਏ, ਟਿੱਪਰਾਂ ਵਾਸਤੇ 22 ਰੁਪਏ। ਦੱਸੋ ਇਹ ਕਿੱਥੇ ਦਾ ਇਨਸਾਫ ਆ? ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਔਰ ਸੋਚ ਕੇ ਉਮੀਦਾਂ ਲੈ ਕੇ ਆਏ ਸੀਗੇ ਵੀ ਸਰਕਾਰ ਆਈ ਹੈ, ਸਾਡਾ ਹੱਲ ਕਰੂਗੀ, ਸਾਡੇ ਕਾਰੋਬਾਰ ਵਧਣ ਫੁੱਲਣਗੇ, ਪਰ ਸਾਨੂੰ ਨਹੀਂ ਪਤਾ ਸੀਗਾ ਜਿਹੜਾ ਸਾਡਾ ਮਾੜਾ ਮੋਟਾ ਕੰਮ ਚੱਲਦਾ ਆ ਉਹ ਵੀ ਸਾਨੂੰ ਘਰ ਬਿਠਾ ਦਿੱਤਾ ਜਾਊਗਾ। ਸਰ ਤੁਹਾਡਾ ਟਿੱਪਰ ਹੈ ਜਿਹੜਾ ਕਿੰਨੀ ਕਿਸ਼ਤ ਦਿੰਦੇ ਹੋ? ਸਰ ਸਾਡੇ ਟਿੱਪਰਾਂ ਦੀਆਂ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਕਿਸ਼ਤਾਂ ਨੇ, ਤੇ ਸਾਨੂੰ ਸਾਲ ਦਾ 75,000 ਲੱਖ ਰੁਪਇਆ ਟੈਕਸ ਪੈਂਦਾ ਆ। ਸਾਨੂੰ ਰੋਜ਼ ਦੇ ਹਿਸਾਬ ਨਾਲ 6-7 ਹਜ਼ਾਰ ਰੁਪਇਆ ਗੱਡੀਆਂ ਦਾ ਖਰਚਾ ਪੈਂਦਾ ਆ, ਖੜੀਆਂ ਦਾ। ਤੁਹਾਡੀਆਂ ਕਿੰਨੀਆਂ ਕਿਸ਼ਤਾਂ ਟੁੱਟ ਚੁੱਕੀਆਂ? ਸਰ ਟੁੱਟਦੀਆਂ ਪਈਆਂ ਵਾ। ਜਦੋਂ ਦੀ ਸਰਕਾਰ ਆਈ ਆ ਤੇ ਜਾਂ ਤਾਂ ਦੇਖੋ ਘਰੋਂ ਕੱਢ ਕੇ ਪੈਸੇ ਲਾਤੇ ਆ, ਤੇ ਜਾਂ ਫਿਰ ਜਿਹੜੇ ਜਿਨ੍ਹਾਂ ਨੂੰ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਉਹ ਬੈਂਕ ਚੱਕ ਕੇ ਲੈ ਗਏ ਆ। ਜੋ ਹਾਲਾਤ ਲੱਗਦੇ ਪਏ ਆ, ਮੈਨੂੰ ਲੱਗਦਾ ਨਹੀਂ ਵੀ ਇਹ ਹਾਲਾਤਾਂ ਦੇ ਵਿੱਚ ਕੋਈ ਕਿਸ਼ਤ ਦੇ ਸਕਦਾ ਆ। ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਜਲਦ ਤੋਂ ਜਲਦ ਸਾਡੇ ਕੰਮ ਚਲਾਏ ਜਾਣ, ਸਾਨੂੰ ਇਦਾਂ ਬੇਰੁਜ਼ਗਾਰ ਨਾ ਕੀਤਾ ਜਾਵੇ। ਔਰ ਅਸੀਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ। ਸਾਡਾ ਜੋ ਮਨਸਬ ਸੀਗਾ ਕਿ ਅਸੀਂ ਟਿੱਪਰ ਇੱਥੋਂ ਲਿਜਾ ਕੇ ਡੀਸੀ ਸਾਹਿਬ ਦੇ ਦਫ਼ਤਰ ਲੈ ਕੇ ਜਾਵਾਂਗੇ ਤੇ ਚਾਬੀਆਂ ਉਹਨਾਂ ਨੂੰ ਦੇ ਕੇ ਜਾਵਾਂਗੇ ਕਿ ਅਸੀਂ ਤਾਂ ਟਿੱਪਰਾਂ ਦੀ ਕਿਸ਼ਤ ਭਰ ਨਹੀਂ ਸਕਦੇ, ਤੁਸੀਂ ਦੇਖ ਲਓ ਤੁਹਾਡੇ ਤੋਂ ਭਰਾਈ ਜਾਂਦੀ ਹੈ ਚਲਾ ਕੇ। ਪਰ ਸਾਨੂੰ ਸਰਕਾਰ ਨੇ ਜੋ ਆਸ਼ਵਾਸਨ ਦਿੱਤਾ ਵਾ ਕਿ 24 ਘੰਟਿਆਂ ਦੇ ਵਿੱਚ ਤੁਹਾਡਾ ਹੱਲ ਕਰਾਂਗੇ, ਇਸ ਕਰਕੇ ਅਸੀਂ ਆਪਣਾ ਜਿਹੜਾ ਸਾਡਾ ਉਹ ਸੀਗਾ ਸੰਘਰਸ਼ ਵਾਲਾ ਉਹ ਅਸੀਂ ਪੋਸਟਪੋਨ ਕਰਤਾ ਆ। 24 ਘੰਟੇ ਤੱਕ ਅਸੀਂ ਵੇਟ ਕਰਾਂਗੇ। ਜੇ ਤਾਂ ਸਰਕਾਰ ਸਾਡਾ ਕੋਈ ਹੱਲ ਕਰਦੀ ਆ ਤਾਂ ਠੀਕ ਆ, ਜੇ ਨਹੀਂ ਹੱਲ ਕਰਦੀ ਤੇ ਇਦਾਂ ਹੀ ਟਿੱਪਰ ਲਿਜਾ ਕੇ ਅਸੀਂ ਡੀਸੀ ਸਾਹਿਬ ਦਫ਼ਤਰ ਲੈ ਕੇ ਜਾਵਾਂਗੇ ਤੇ ਉੱਥੇ ਜਾ ਕੇ ਟਿੱਪਰ ਖੜੇ ਕਰਾਂਗੇ, ਚਾਬੀਆਂ ਫੜਾਵਾਂਗੇ ਤੇ ਨਾਲ ਅਸੀਂ ਧਰਨੇ ਤੇ ਬੈਠਾਂਗੇ। ਪੰਗਤ ਦੇ ਵੈਟਨਰੀ ਯੂਨੀਵਰਸਿਟੀ PAU ਲੁਧਿਆਣਾ ਦੇ ਸਮੂਹ ਅਧਿਆਪਕ ਅਤੇ ਵਿਗਿਆਨੀ UGC ਦੇ 7ਵੇਂ ਤਨਖਾਹ ਸਕੇਲ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਤੇ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਫੈਕਲਟੀ ਮੈਂਬਰ ਕਾਫੀ ਨਾਰਾਜ਼ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀਆਂ ਸ਼ਿਕਾਇਤਾਂ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ, ਨਹੀਂ ਤਾਂ ਇਹ ਕਹਿਰ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਆਓ ਦੇਖਦੇ ਹਾਂ ਖਾਸ ਰਿਪੋਰਟ। ਸਾਡੀ ਜਿਹੜੀ ਡਿਮਾਂਡ ਹੈਗੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਜਿਹੜੇ ਟੀਚਰ ਹੈਗੇ, ਸਾਇੰਟਿਸਟ ਹੈਗੇ ਆ, ਸਾਡੀ ਡਿਮਾਂਡ ਹੈਗੀ ਕਿ 7ਵਾਂ ਪੇ ਕਮਿਸ਼ਨ ਜਿਹੜਾ ਕਿ ਪੰਜਾਬ ਦੇ ਸਾਰੇ 6th ਪੇ ਕਮਿਸ਼ਨ ਜਿਹੜੇ ਪੰਜਾਬ ਦੇ ਸਾਰੇ EMPLOYEES ਨੂੰ ਮਿਲ ਚੁੱਕਿਆ ਹੈ, ਤੇ UGC ਦਾ ਜਿਹੜਾ 7th ਪੇ ਸਕੇਲ ਹੈਗਾ ਉਹ ਸਾਨੂੰ ਨਹੀਂ ਮਿਲਿਆ ਹੈਗਾ। ਬਾਕੀ ਸਾਰੀਆਂ ਯੂਨੀਵਰਸਿਟੀਆਂ ਨੂੰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਨੂੰ ਮਿਲ ਚੁੱਕਿਆ ਹੈ। ਇਹ ਦੋਨਾਂ ਯੂਨੀਵਰਸਿਟੀਆਂ ਨੂੰ ਹਜੇ ਤੱਕ ਇਹ ਲਾਗੂ ਨਹੀਂ ਹੋਇਆ। ਗੌਰਮੈਂਟ ਦੇ ਕਈ ਵਾਰ ਆਸ਼ਵਾਸਨ ਦੇਣ ਦੇ ਬਾਵਜੂਦ ਇਹ ਮੁੱਦਾ ਉੱਥੇ ਦਾ ਉੱਥੇ ਪਿਆ ਤੇ ਸਾਨੂੰ ਮਜਬੂਰਨ ਜਿਹੜਾ ਹੈਗਾ ਅੱਜ ਪੈਨ ਡਾਊਨ ਸਟ੍ਰਾਈਕ ਕਰਨੀ ਪਈ। ਕੱਲ ਅਸੀਂ CM ਸਾਹਿਬ ਨੂੰ ਮਿਲੇ ਵੀ ਸੀ ਇਸ ਸੰਦਰਭ ਦੇ ਵਿੱਚ। CM ਭਗਵੰਤ ਮਾਨ ਜੀ ਕੱਲ ਇੱਥੇ ਆਏ ਸੀਗੇ, ਉਹਨਾਂ ਦੀ ਕਿਸਾਨ ਮਿਲਣੀ ਸੀਗੀ ਸਰਕਾਰ ਦੀ, ਮਾਧਿਅਮ ਉਹਨਾਂ ਦਾ ਸੀਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਤੇ ਜਾਣ ਲੱਗਿਆ ਨਾਲ ਉਹਨਾਂ ਦੀ ਸਾਡੇ ਨਾਲ ਮੁਲਾਕਾਤ ਹੋਈ ਹੈ ਤੇ ਅਸੀਂ ਆਪਣੀਆਂ ਜਿਹੜੀਆਂ ਮੰਗਾਂ, ਡਿਮਾਂਡਸ ਹੈ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਮੈਨੂੰ ਇਸ ਬਾਰੇ ਪਤਾ ਨਹੀਂ ਸੀ, ਮੈਨੂੰ ਲੱਗਦਾ ਸੀ ਵੀ ਸਾਰਿਆਂ ਨੂੰ ਮਿਲ ਚੁੱਕੀ ਹੈਗੀ ਹੈ ਜਿਹੜੀ ਹੈਗਾ ਪੇ ਸਕੇਲ ਹੈਗਾ। ਤੇ ਉਹਨਾਂ ਨੇ ਆਪਣੇ ਜਿਹੜੇ IAS ਆਫੀਸਰਸ ਹੈਗੇ ਨਾਲ ਸੀਗੇ, ਉਹਨਾਂ ਨੂੰ ਕਿਹਾ ਹੈਗਾ ਕਿ ਵੈਟਰਨਰੀ ਤੇ ਜਿਹੜੇ ਐਗਰੀਕਲਚਰ ਦੇ ਸੈਕਟਰੀ ਹੈਗੇ ਆ ਉਹਨਾਂ ਦੀ ਜਲਦੀ ਤੋਂ ਜਲਦੀ ਮੀਟਿੰਗ ਕਰਾਈ ਜਾਵੇ ਤਾਂ ਜੋ ਇਸ ਮੁੱਦੇ ਨੂੰ ਸੁਲਝਾਇਆ ਜਾ ਸਕੇ। ਪਰ ਅੱਜ ਅਸੀਂ ਇਹ ਜਿਹੜੀ ਆਪਣੀ ਸਟ੍ਰਾਈਕ ਹੈ ਉਹ ਕੰਟੀਨਿਊ ਰੱਖੀ ਹੈ, ਕਿਉਂਕਿ ਇਹ ਆਸ਼ਵਾਸਨ ਪਹਿਲਾਂ ਵੀ ਕਈ ਵਾਰ ਦਵਾਇਆ ਜਾ ਚੁੱਕਿਆ ਫਾਈਨਾਂਸ ਮਿਨਿਸਟਰ ਵੱਲੋਂ, ਐਗਰੀਕਲਚਰ ਮਿਨਿਸਟਰ ਵੱਲੋਂ, ਪਰ ਮੁੱਦਾ ਉੱਥੇ ਦਾ ਉੱਥੇ ਹੀ ਇਹ ਅਟਕਿਆ ਹੋਇਆ ਹੈ। ਅਸੀਂ ਜੀ, ਮੈਂ ਡਾਕਟਰ HS ਗੰਗਰਾ, ਪ੍ਰੈਜ਼ੀਡੈਂਟ PAU ਟੀਚਰਸ ਐਸੋਸੀਏਸ਼ਨ, ਤੁਹਾਨੂੰ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ 7ਵਾਂ ਪੇ ਸਕੇਲ UGC ਪੇ ਕਮਿਸ਼ਨ ਜੋ ਕਿ ਹਿੰਦੁਸਤਾਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ 18-19 ਚ ਮਿਲ ਗਿਆ ਸੀ, ਪੰਜਾਬ ਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ 5 ਸਤੰਬਰ ਨੂੰ
ਟੀਚਰਸ ਡੇ ਵਾਲੇ ਦਿਨ ਉਹਨਾਂ ਨੇ ਅਨਾਉਂਸ ਕਰਤਾ ਸੀ ਤੇ ਉਸ ਤੋਂ 5-7 ਦਿਨਾਂ ਬਾਅਦ ਇਹ ਨੋਟੀਫਾਈ ਹੋ ਗਿਆ ਸੀਗਾ। ਪੰਜਾਬ ਦੀਆਂ ਦੂਜੀਆਂ ਟ੍ਰੈਡੀਸ਼ਨਲ ਯੂਨੀਵਰਸਿਟੀਆਂ ਪੰਜਾਬੀ ਗੁਰੂ ਨਾਨਕ ਗੌਰਮੈਂਟ ਦੇ ਏਡਡ ਕਾਲਜਾਂ ਵਾਸਤੇ ਤੇ ਉਸ ਤੋਂ ਬਾਅਦ ਉਹ ਸਾਡਾ 15-20 ਦਿਨ ਦੇ ਵਿੱਚ ਨੋਟੀਫਾਈ ਹੋ ਜਾਣਾ ਚਾਹੀਦਾ ਹੁੰਦਾ, ਜਿਹੜਾ ਕਿ ਹੁਣ ਅਕਤੂਬਰ, ਨਵੰਬਰ, ਦਸੰਬਰ, ਜਨਵਰੀ 4-5 ਮਹੀਨੇ ਲੰਘੇ ਫਿਰ ਵੀ ਨਹੀਂ ਹੋਇਆ। ਕੱਲ੍ਹ CM ਸਾਹਿਬ ਇੱਥੇ ਆਏ ਸੀ, ਅਸੀਂ ਉਹਨਾਂ ਨਾਲ 15 ਮਿੰਟ ਮੀਟਿੰਗ ਕੀਤੀ, ਸਾਡੀ ਉਹਨਾਂ ਨਾਲ ਵਧੀਆ ਗੱਲ ਹੋਈ, ਉਹਨਾਂ ਨੇ ਸਾਡੀ ਵਧੀਆ ਗੱਲ ਸੁਣੀ। ਉਹਨਾਂ ਨੇ ਇਮੀਡੀਏਟਲੀ ਆਪਦੇ ਸੈਕਟਰੀ IAS ਅਫੀਸਰ ਉਹਨਾਂ ਦੇ ਨਾਲ ਸੀ, ਉਹਨਾਂ ਨੂੰ ਡਾਇਰੈਕਟ ਕੀਤਾ ਵੀ ਕੱਲ੍ਹ ਨੂੰ ਹੀ ਫਾਈਲ ਫਾਈਨਾਂਸ ਡਿਪਾਰਟਮੈਂਟ 'ਚ ਭੇਜੋ ਤੇ 2 ਦਿਨਾਂ ਦੇ ਵਿੱਚ ਇਹਨੂੰ ਕਲੀਅਰ ਕਰਾ ਕੇ ਇਹਨਾਂ ਦੇ ਛੇਤੀ ਤੋਂ ਛੇਤੀ ਪੇਸ਼ ਕੇ ਨੋਟੀਫਾਈ ਕਰੋ। ਅਸੀਂ ਜਿੰਨਾ ਚਿਰ ਤੱਕ, ਕਿਉਂਕਿ ਅਸੀਂ ਆਲਰੇਡੀ ਬਹੁਤ ਲੇਟ ਹੋਇਆ, ਸਾਨੂੰ ਇਹੋ ਜਿਹੇ ਆਸ਼ਵਾਸਨ ਖੇਤੀਬਾੜੀ ਮੰਤਰੀ ਸਾਹਿਬ ਵੀ ਦੇ ਕੇ ਗਏ ਸੀ, ਹੋਰ ਵੀ ਮੰਤਰੀਆਂ ਨੇ ਦਿੱਤੇ, ਚੀਮਾ ਸਾਹਿਬ ਨੇ ਵੀ। ਅਸੀਂ ਇਹ ਸਿੰਬੋਲਿਕ ਤਾਂ ਹੀ ਰੱਖਿਆ। ਉਸ ਤੋਂ ਬਾਅਦ 2-3 ਦਿਨਾਂ ਦੀ ਗੱਲ, 4 ਦਿਨਾਂ ਦੀ ਜੋ CM ਸਾਹਿਬ ਨੇ ਕਹੀ ਆ ਉਹਨੂੰ ਅਸੀਂ ਵੇਟ ਕਰਕੇ 1 ਅੱਧਾ ਦਿਨ ਬਾਅਦ ਉਦੋਂ ਬਾਅਦ ਅਸੀਂ ਆਪਦਾ ਇਹ ਸੰਘਰਸ਼ ਤਿੱਖਾ ਕਰਾਂਗੇ। ਅਸੀਂ ਸੜਕਾਂ ਤੇ ਵੀ ਜਾਵਾਂਗੇ, ਅਸੀਂ ਟੋਟਲ ਬੰਦ ਕਰਾਂਗੇ, ਅਸੀਂ ਇੱਥੇ ਜਿੰਦੇ ਵੀ ਲਾਵਾਂਗੇ, ਦੋਨਾਂ ਯੂਨੀਵਰਸਿਟੀਆਂ ਨੂੰ ਲੌਕਆਊਟ ਕਰ ਦੇਵਾਂਗੇ ਜੇ ਸਾਡੀ ਮੰਗ ਨਾ। ਲੁਧਿਆਣਾ ਦੇ ਪਿੰਡ ਬਹਾਦਰਕੇਰ ਵਿੱਚ ਇੱਕ ਪ੍ਰਵਾਸੀ ਲੜਕੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਫੈਕਟਰੀ ਵਿੱਚ ਹੀ ਰਹਿੰਦਾ ਸੀ। ਮ੍ਰਿਤਕ ਦੀ ਉਮਰ ਕਰੀਬ 25 ਤੋਂ 26 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਅਜੇ ਤੱਕ ਭੇਤ ਬਣਿਆ ਹੋਇਆ ਹੈ। ਥਾਣਾ ਸਲੇਮ ਟਾਬਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਜਾਰੀ ਕੀਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੰਜਾਬ, ਹਿਮਾਚਲ, ਹਰਿਆਣਾ ਦੇ 6 ਨੌਜਵਾਨ ਸਾਲ 2017 ਚ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਗਏ ਸਨ, ਪਰ ਇਹ ਸਾਰੇ ਤੁਰਕੀ ਤੋਂ ਲਾਪਤਾ ਹੋ ਗਏ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਉਹਨਾਂ ਦਾ ਕਹਿਣਾ ਹੈ ਕਿ ਟਰੈਵਲ ਏਜੰਟਾਂ ਨੇ ਉਹਨਾਂ ਨਾਲ ਠੱਗੀ ਮਾਰੀ ਹੈ, ਉਹਨਾਂ ਤੋਂ ਲੱਖਾਂ ਰੁਪਏ ਲੈ ਰਹੇ ਹਨ ਤੇ ਉਹਨਾਂ ਦੇ ਬੱਚਿਆਂ ਦਾ ਪਤਾ ਵੀ ਨਹੀਂ ਲੱਗ ਸਕਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 5 ਸਾਲ ਪਹਿਲਾਂ ਆਪਣੇ ਬੱਚੇ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਉਹ ਉਹਨਾਂ ਦੇ ਸੰਪਰਕ 'ਚ ਨਹੀਂ ਹੈ। ਤੁਰਕੀ 'ਚ ਭੁਚਾਲ ਤੋਂ ਬਾਅਦ ਮਾਤਾ ਪਿਤਾ ਦਾ ਚਿੰਤਾਵਾਂ ਵਧੀਆਂ ਹਨ। ਅੱਜ 6 ਨੌਜਵਾਨ ਲਾਪਤਾ ਹਨ। ਮੈਂ ਪ੍ਰਭਾਵਿਤ ਕਿੱਥੋਂ ਹੋਇਆ? ਬ੍ਰਾਜ਼ੀਲ ਵਿੱਚ ਰਾਸ਼ਟਰਪਤੀ ਦੀ ਚੋਣ ਹੋਈ ਹੈ, ਉਹਦੇ ਵਿੱਚ ਮਿਸਟਰ ਓਨੈਸੀਓ ਲੂਲਾ ਉਹ ਜਿੱਤ ਗਿਆ, ਬ੍ਰਾਜ਼ੀਲ ਦਾ ਰਾਸ਼ਟਰਪਤੀ, ਔਰ 2% ਵੋਟਾਂ ਨਾਲ ਵੱਧ ਲੈ ਕੇ ਉਹ ਜਿੱਤਿਆ। ਹੁਣ ਕੀ ਆਇਆ ਸਾਹਮਣੇ ਕਿ ਉਹਦੇ 9 ਨਿਕਾਤੀ ਪ੍ਰੋਗਰਾਮ 'ਚ ਇੱਕ ਨਿਕਾਤੀ ਪ੍ਰੋਗਰਾਮ ਸੀ ਕਿ ਬ੍ਰਾਜ਼ੀਲ 'ਚੋਂ ਝੂਠੇ ਟਰੈਵਲ ਏਜੰਟ ਉੱਥੋਂ ਦੇ ਬੱਚਿਆਂ ਨੂੰ ਬਾਹਰ ਲਿਜਾ ਕੇ ਵੇਚ ਰਹੇ ਹੈ। ਆ ਮੈਂ ਲੜਕੀ ਨੇ ਇੱਕ ਨਾਲ 6 ਬੰਦੇ ਹੈ ਜਿਨ੍ਹਾਂ ਆ ਲੜਕੀ ਵੇਚਤੀ ਸੀ ਪਾਕਿਸਤਾਨੀਆਂ ਨੂੰ। ਬਲਜੀਤ ਕੌਰ ਦਾ ਨਾਮ ਹੈ, ਲਵਪ੍ਰੀਤ ਕੌਰ, ਇਹ ਬਾਤੀ ਦੇ ਨੇ। ਹੁਣ ਉਹ ਜਿਹੜਾ ਲੂਲੋ ਆ ਉਹ ਜਿੱਤਿਆ, ਤਾਂ ਮੇਰੇ ਦਿਮਾਗ 'ਚ ਆਇਆ ਵੀ ਕੀ ਪੰਜਾਬ ਦੀ ਇੱਕ ਵੀ ਸਿਆਸੀ ਪਾਰਟੀ ਨਹੀਂ ਸੋਚਦੀ। ਅੱਜ ਮੈਂ ਜਿਹੜੀ ਗੱਲ ਲੈ ਕੇ ਆਇਆ, ਇਸ ਵੇਲੇ ਵਿਦੇਸ਼ਾਂ ਵਿੱਚ ਪੰਜਾਬ ਦੀ ਬਰਬਾਦੀ ਸ਼ੁਰੂ ਹੋ ਗਈ ਹੈ। ਕਿਉਂ ਹੋ ਗਈ ਹੈ ਕਿ ਇੱਕ ਖਬਰ ਆਈ ਹੈ, ਉਹ ਇਹ ਆਈ ਹੈ ਕਿ 14,50,000 ਬੰਦਾ ਆਉਣ ਵਾਲੇ 3 ਸਾਲਾਂ 'ਚ ਕੈਨੇਡਾ ਗੌਰਮੈਂਟ ਨੇ ਖੋਲ੍ਹਤਾ ਹੈ। ਹਰ ਸਾਲ ਲਗਭਗ 3.5 ਲੱਖ 4 ਲੱਖ ਬੰਦਾ 4.5 ਲੱਖ ਜਾਇਆ ਕਰੂਗਾ। 14,50,000 ਤੇ 3 ਸਾਲ 'ਚ ਜਾਣਾ, 3 ਸਾਲ 'ਚ। ਦੂਜਾ ਇੱਕ ਹੋਰ ਖਬਰ ਆ ਗਈ ਹੈ ਕਿ 5 ਲੱਖ ਬੰਦਾ ਫੌਜ 'ਚ ਭਰਤੀ ਹੋਣਾ, ਪੁਲਿਸ 'ਚ ਭਰਤੀ ਹੋਣਾ, ਸਰਕਾਰੀ ਨੌਕਰੀਆਂ 'ਚ ਜਾਣਾ। 2 ਗੱਲਾਂ ਆ ਗਈਆਂ। ਇਹਦਾ ਕੀ ਨਤੀਜਾ ਨਿਕਲਿਆ ਕਿ ਪੰਜਾਬ 'ਚੋਂ ਅੰਨ੍ਹੇਵਾਹ ਲੋਕਾਂ ਨੇ ਅਪਲਾਈ ਕਰਤਾ ਤੇ ਟਰੈਵਲ ਏਜੰਟਾਂ ਨੇ 30 ਲੱਖ ਰੁਪਈਆ 20 ਲੱਖ ਰੁਪਈਆ ਦੇ ਰੇਟ ਦੇਤੇ ਆ ਲੋਕਾਂ ਨੂੰ ਵੀ ਤੁਹਾਨੂੰ ਉੱਥੇ ਪੱਕੇ ਕਰਾ ਦਿਆਂਗੇ। ਹੁਣ ਇਹ ਉਹ ਸਕਿੱਲ ਨਾਲ ਹੈ। ਲੇਕਿਨ ਮੈਂ ਜਿਹੜੀ ਅੱਜ ਗੱਲ ਕਹਿਣ ਆਇਆ ਕਿ ਟਰੈਵਲ ਏਜੰਟਾਂ ਨੇ ਸਭ ਕੁਝ ਤਬਾਹ ਕਰਤਾ। ਆਹ ਕੁੜੀ ਆ, ਟਰੈਵਲ ਏਜੰਟਾਂ ਨੇ ਮੁਸਲਮਾਨਾਂ ਨੂੰ ਜਾ ਕੇ ਵੇਚੀ, ਪਾਕਿਸਤਾਨ ਦੇ ਨੂੰ। ਆਹ ਜਿਹੜੇ ਪਿੱਛੇ ਖੜੇ 6 ਜਾਣੇ, ਸਰਦਾਰ ਜੀ ਦੱਸੋਗੇ ਤੁਸੀਂ? ਇੱਕ ਮਿੰਟ ਬੋਲ ਦੱਸ ਦਿਓ। ਲੁਧਿਆਣਾ ਦੇ ਚੋੜਾ ਬਾਜ਼ਾਰ ਨੇੜੇ ਤੇਜ਼ ਰਫ਼ਤਾਰ ਥਾਰ ਗੱਡੀ ਨੇ 2 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਹੜੀ ਗੱਡੀ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਤੇਜ਼ੀ ਨਾਲ ਇੱਕ ਦੁਕਾਨ ਵਿੱਚ ਜਾ ਵੜੀ, ਜਿਸ ਵਿੱਚ ਇੱਕ ਵਿਅਕਤੀ ਦੁਕਾਨ ਦੇ ਬਾਹਰ ਹੜ ਮੌਕੇ ਮੌਜੂਦ ਲੋਕਾਂ ਨੇ ਦੋਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ। ਜੇ ਖੰਭੇ ਗੱਡੀ ਨਾ ਰੋਕਦੇ ਤੇ ਪਤਾ ਨਹੀਂ ਕਿੰਨੇ ਕੁ ਬੰਦੇ ਇਹਨਾਂ ਨਾਲ ਲੈ ਜਾਣੇ ਸੀ।
ਇਹ ਪਤਾ ਹੀ ਨਹੀਂ ਸੀਗਾ। ਇਹ ਪਿੱਛੋਂ ਲਿਆਂਦਾ ਰਿਹਾ, ਪਿੱਛੋਂ ਲੈ ਕੇ ਆਇਆ ਬੜੀ ਸਪੀਡ ਨਾਲ ਰੇੜ ਕੇ। ਮੁੰਡੇ ਦੀ ਉਮਰ ਹੋਣੀ 20-22 ਸਾਲ ਦੀ ਹੈ ਜੀ। ਹਾਂ ਜੀ, 22 ਕੁ ਸਾਲ ਦੀ ਉਮਰ। ਬੰਦਾ ਭੱਜ ਗਿਆ। ਪੁਲਿਸ ਕੰਪਲੇਂਟ ਲਿਖੀ ਹੈ, ਵੈਸੇ ਤਾਂ ਹੁਣ ਚੱਲੇ ਆ ਥਾਣੇ ਰਿਪੋਰਟ ਲਿਖਾਉਣ ਚੱਲੇ ਆ। ਪੁਲਿਸ ਵਾਲੇ ਆਏ ਹੋਏ हैं। ਹਾਂਜੀ, ਪੁਲਿਸ ਵਾਲੇ ਵੈਸੇ ਆ ਚੁੱਕੇ ਪਰ ਅਸੀਂ ਹੁਣ ਥਾਣੇ ਰਿਪੋਰਟ ਲਿਖਾਉਣ ਚੱਲੇ ਆ। ਸਰ ਥਾਰ ਆਇਆ ਇੱਕ ਬੰਦਾ ਲੈ ਕੇ, ਜਿਹੜੀ ਗੱਡੀ ਹੈ PB90 1G 9595 ਇੰਨੀ ਤੇਜ਼ ਲੈ ਕੇ ਆਇਆ ਜੀ, ਨਾ ਤਾਂ ਕੋਈ ਬ੍ਰੇਕ ਲੱਗੀ ਨਾ ਕੁਛ। ਇਹਨੇ ਸਾਰੇ ਮੋਟਰਸਾਈਕਲ ਤੋੜਤੇ ਨੇ। ਮੇਰੀ ਐਕਟਿਵਾ ਵੀ ਦੇਖੋ ਬਿਲਕੁਲ ਟੁੱਟੀ ਪਈ ਹੈ ਸਾਰੀ। ਉਹ ਬੰਦਾ ਵੀ ਸਾਡਾ ਗਾਹਕ ਹੀ ਇੱਕ ਫੱਟੜ ਕਰਤਾ, ਇੱਕ ਸਾਡੇ ਨਾਲ ਜਿਹੜਾ ਸੇਲਮੈਨ ਵਿਚਾਰਾ, ਉਹਦੀ ਲੱਤ ਟੁੱਟ ਗਈ ਵਿਚਾਰੇ ਦੀ। ਆਪ ਕਿੱਥੇ ਗਿਆ ਹੁਣ? ਆਪ ਪਤਾ ਨਹੀਂ ਕਿੱਧਰ ਚਲਾ ਗਿਆ ਜੀ, ਗੱਡੀ ਤਾਂ ਖੜੀ ਹੈ ਇੱਥੇ, ਆਪ ਪਤਾ ਨਹੀਂ ਕਿੱਧਰ ਚਲਾ ਗਿਆ। ਫਰਵਰੀ 2019 ਵਾਲੇ ਦਿਨ ਪੁਲਵਾਮਾ ਵਿੱਚ CRPF ਦੇ ਕਾਫਲੇ ਤੋਂ ਹੋਏ ਆਤੰਕੀ ਹਮਲੇ ਵਿੱਚ ਦੇਸ਼ ਦੇ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਇਹਨਾਂ ਜਵਾਨਾਂ ਵਿੱਚ 9 ਪੰਜਾਬ ਦੇ ਜਵਾਨ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਦੀਨਾਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਵੀ ਉਹਨਾਂ ਸ਼ਹੀਦਾਂ ਵਿੱਚੋਂ ਇੱਕ ਸ਼ਹੀਦ ਸਨ। ਸ਼ਹੀਦ ਮਨਿੰਦਰ ਸਿੰਘ CRPF 75 ਬਟਾਲੀਅਨ ਵਿੱਚ ਤੈਨਾਤ ਸਨ। ਅੱਜ ਵੀ 4 ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲਵਾਮਾ ਹਮਲੇ ਵਿੱਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਜ਼ਖਮ ਅਜੇ ਤੱਕ ਵੀ ਭਰੇ ਨਹੀਂ ਹਨ। ਸ਼ਹੀਦ ਮਨਜਿੰਦਰ ਦੇ ਪਰਿਵਾਰ ਨੇ ਕਿਹਾ ਕਿ ਗਰਵ ਹੈ ਪੁੱਤਰ ਦੀ ਸ਼ਹਾਦਤ ਤੇ ਉਸਦੇ ਚਲੇ ਜਾਣ ਦੀ ਕਮੀ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ, ਪਰ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਸ਼ਹੀਦ ਮਨਜਿੰਦਰ ਸਿੰਘ ਸਾਡਾ ਪੁੱਤਰ ਸੀ। ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਅੱਜ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਸਕੂਲ ਦੇ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਪੇਪਰਾਂ 'ਚ ਬਿਠਾਉਣ ਤੋਂ ਮਨਾ ਕਰ ਦਿੱਤਾ ਗਿਆ। ਨੰਨੇ ਵਿਦਿਆਰਥੀ ਰੋ ਕੇ ਤਰਲੇ ਪਾ ਰਹੇ ਸਨ, ਪਰ ਨਿੱਜੀ ਸਕੂਲ ਦੇ ਅਧਿਆਪਕ ਫੀਸ ਜਮ੍ਹਾਂ ਕਰਵਾਉਣ ਦੀ ਗੱਲ ਕਰ ਰਹੇ ਸਨ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਵੱਲੋਂ ਵਾਧੂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਕੂਲ ਦੀਆਂ ਜਾਇਜ਼ ਫੀਸਾਂ ਉਹ ਦੇ ਰਹੇ ਹਨ, ਪਰ ਸਕੂਲ ਅਮਲੇ ਵੱਲੋਂ ਵਿਦਿਆਰਥੀਆਂ ਉੱਪਰ ਵਾਧੂ ਫੀਸਾਂ ਥੋਪੀਆਂ ਜਾ ਰਹੀਆਂ ਹਨ। ਕੀ ਹੈ ਜੀ? ਸਰ ਇਹ HMDAV ਸਕੂਲ ਹੈ, ਫਿਰੋਜ਼ਪੁਰ ਦੇ ਸੈਂਟਰ ਦੇ ਵਿੱਚ ਜਿੰਨੇ ਵੀ ਮਤਲਬ ਮਿਡਲ ਕਲਾਸ ਪੇਰੈਂਟਸ ਕਹਿ ਲਓ ਆਪਾਂ ਵੀ, ਉਹ ਇੱਥੇ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾ ਰਹੇ ਨੇ, ਜਿਹੜੇ ਜ਼ਿਆਦਾ ਮਤਲਬ ਐਜੂਕੇਟਡ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ। ਸਭ ਤੋਂ ਵੱਡਾ ਸਰ ਮਸਲਾ ਇਹ ਹੈ ਇਸ ਟਾਈਮ, ਇਹਨਾਂ ਪਹਿਲੀ ਗੱਲ ਤਾਂ ਇਹ ਹੈ ਵੀ ਸਰਕਾਰ ਵੱਲੋਂ ਹਦਾਇਤਾਂ ਸੀ ਕਰੋਨਾ ਦੇ ਵਿੱਚ ਵੀ ਤੁਸੀਂ 8% ਫੀਸ ਵਧਾ ਸਕਦੇ। ਇਹਨਾਂ ਫੀਸ 25% ਫੀਸ ਵਧਾਈ ਸਰ, ਉਹ ਵੀ ਮਾਂ ਪਿਓ ਨੇ ਜਮ੍ਹਾਂ ਕਰਾਈ ਜਿਵੇਂ ਵੀ ਹੋ ਸਕਿਆ, ਔਖੇ ਹੋ ਕੇ ਸੌਖੇ ਹੋ ਕੇ। ਇਹ ਹੁਣ ਸਰ ਅੱਜ ਬੱਚਿਆਂ ਦਾ ਪੇਪਰ ਹੈ 5th ਕਲਾਸ ਦਾ, ਇਹ ਕਹਿ ਰਹੇ ਨੇ, ਕੱਲ ਮੈਂ 3 ਘੰਟੇ ਲਾਈਨ 'ਚ ਖੜਾ ਰਿਹਾ ਜੀ, ਵਾਰੀ ਨਹੀਂ ਆਈ, ਫੀਸ ਨਹੀਂ ਜਮਾਈ। ਮੇਰੀ ਸਿਰਫ 2 ਮਹੀਨੇ ਦੀ ਫੀਸ ਪੈਂਡਿੰਗ ਹੈ ਜੀ, ਪਿਛਲੀ ਵੀ ਸਾਰੀ ਕਲੀਅਰ ਹੈ, ਇਸ ਸਾਲ ਦੀ ਵੀ ਸਾਰੀ ਫੀਸ ਕਲੀਅਰ ਹੈ। ਇਹ ਹੁਣ ਕਹਿ ਰਹੇ ਨੇ ਵੀ ਕਰੋਨਾ ਕਾਲ ਵਾਲਾ 21, 22 ਤੇ 23 3 ਸਾਲਾਂ ਦਾ ਇਕੱਠਾ ਸਾਨੂੰ ਡਿਵੈਲਪਮੈਂਟ ਫੰਡ ਦਿਓ, ਅਸੀਂ ਤਾਂ ਫੀਸ ਜਮ੍ਹਾਂ ਕਰਨੀ, ਨਹੀਂ ਤਾਂ ਫੀਸ ਨਹੀਂ ਜਮ੍ਹਾਂ ਕਰਨੀ। ਸਾਡੇ ਬੱਚੇ ਨੂੰ ਰੋਜ਼ ਨਹੀਂ ਦੇਣਾ ਸਰ। ਮੇਰਾ ਬੱਚਾ ਰੋਂਦਾ ਕਲਾਸ ਵਿੱਚ। ਕਿਹੜੀ ਕਲਾਸ 'ਚ ਬੱਚਾ ਪੜ੍ਹਦਾ? 5th ਪੜ੍ਹਦਾ ਜੀ, 5th। ਤੇ ਸਰ ਹੁਣ ਮੈਂ ਇਹਨਾਂ ਦੀ ਮਿਹਨਤਾਂ ਕਰਦਾ ਰਿਹਾ ਪਰ ਇਹ ਨਹੀਂ ਮੰਨੇ। ਕੀ ਮੰਗ ਕੀ ਕਰਦੇ ਹੋ? ਮੰਗ ਸਰ ਕਰਨੇ ਆ ਵੀ ਬੱਚਿਆਂ ਦਾ ਭਵਿੱਖ ਨਾ ਸੋਚਿਆ ਜਾਵੇ, ਬੱਚਿਆਂ ਨੂੰ ਇਹਦਾ ਆਸਰਾ ਕੀਤਾ ਜਾਵੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ। ਉਹ ਬੇਟਾ मेरे को ना रो मत। मेरे को मैडम आई, मेरे को धक्के मार के बाहर निकाल दिया। मैंने कहा मैम मेरा रोल नंबर नहीं लेने आया। मेरे को कहती तुम्हारे लाख मार होते। क्या नाम है मैडम का? रीमा मैडम। रीमा मैडम। रो मत। कौन सी क्लास है आपकी? 5th 8 5th A। ठीक, रो मत, कोई बात। हाँ बोलो। अभी हमारी ना थोड़ी सी फीस रहती थी, तो मम्मा भी करवाना है, भीड़ ज़्यादा थी, तो वो कहते क्लास में बैठ जाओ। कल हम आए थे तो वो कहते कोई बात नहीं, पेपर देने देंगे। अब हम जब गए तो उन्होंने कह दिया जिनको नहीं है वो बाहर निकल जाओ फटाफट। कौन सी क्लास है आपकी? मेरी 5th B है। कौन सी मैडम है? रीमा मैम। पे हंगामा हुआ है सर, क्या हुआ क्या है यहाँ पे? देखिए, हंगामा तो नहीं हम इसको बोलेंगे। कुछ पैसे पेरेंट्स हैं जिनकी फ़ी पिछले 3 सालों से ड्यू है। इनको पिछले साल भी इस साल भी ऑप्शन दी गई थी कि आप अपनी इंस्टॉलमेंट में फ़ी डिपॉजिट कराइए, लेकिन इनकी फ़ी अभी भी पेंडिंग है। बार बार इनको हमने लेटर्स भेजे हैं, स्लिप्स भेजी हैं, व्हाट्सएप पे मैसेजेस किए हैं, फ़ोन कॉल्स की हैं, PTM में बताया है कि आपके इतने बैलेंसेस हैं, आप बैलेंस क्लियर कीजिए। अब बात ऐसी है, जिन पेरेंट्स की फ़ी क्लियर है, जिनके कोई बैलेंस नहीं है,
उन लोगों को, उन पेरेंट्स को, उन बच्चों को एडमिट कार्ड दिए जा चुके हैं और उनके एग्ज़ाम 17 से शुरू हो रहे हैं। बाकी जो ये पेरेंट्स हैं जिनकी अभी भी फ़ी पेंडिंग है, उनके एग्ज़ाम हम लेंगे, लेकिन हम सेकेंड फेज़ में लेंगे जब उनकी फ़ी क्लियर हो जाएगी। अब उसके साथ इनको ये भी हम ऑप्शन देते हैं कि अभी जो भी इनका अमाउंट पेंडिंग है उसमें कुछ अमाउंट ये अभी डिपॉजिट करवा दें, और 15 मार्च तक का हम इनको फिर से एक टाइम पीरियड दे रहे हैं जिसमें ये अपने बच्चे की फ़ीस डिपॉजिट करा सकते हैं। लेकिन एग्ज़ाम्स इनके सेकेंड फेज़ में होंगे आफ्टर द क्लियरेंस ऑफ ऑल ड्यूज। सर ये भी स्कूल की तरफ से कहा गया है, स्कूल से बच्चों को बाहर भी किया जा रहा है कि आप बाहर जाइए, आपने फीस डिपॉजिट नहीं की, क्योंकि बच्चे रो रहे हैं। को आप देख लीजिए, बाहर किसी बच्चे को बाहर, एक बार बच्चा अगर कैंपस में आ जाता है तो फिर बच्चा कैंपस के बाहर नहीं जाता, किसी बच्चे को बाहर नहीं निकाला जा रहा। कुछ पेरेंट्स हैं जो जबरदस्ती अपने बच्चों को लेके गए। सर कितने महीने की फीस है? हाँ जी, फीस कितने? सर देखिए अलग अलग है, कुछ की तो अभी जैसे मेरे पास एक आए थे उनकी तो सितंबर से फ़ी पेंडिंग है, कईयों के एनुअल चार्जेस पेंडिंग है, तो जिनकी तो 1 या 2 महीने की फ़ी पेंडिंग थी, ट्यूशन फ़ी अगर पेंडिंग थी, उनको फिर भी हमने अलाउ कर दिया कि जिन्होंने बाकी दे दिए वो भी दे देंगे। कुछ लोगों ने हमें एप्लीकेशंस भी दी हैं, उसके बाद भी हमने उनको एडमिट कार्ड दे दिए हैं। लेकिन जिनके बैलेंसेस ज़्यादा हैं, 20,000, 30,000, 50,000, हम उसको नेक्स्ट ईयर कैरी फॉरवर्ड नहीं कर सकते। मतलब जिनके 30,000 रुपये पेंडिंग पड़े हैं, 20,000 रुपये पेंडिंग पड़े हैं, वो ये एग्ज़ाम नहीं दे सकते, वो सेकंड फेज़ में एग्ज़ाम देंगे जब वो कुछ अमाउंट क्लियर करवाएंगे। और उनको मैंने आपको बता दिया, हम एक टाइम पीरियड दे रहे हैं, मार्च तक अपनी फ़ी डिपॉजिट करा दें, हमें एप्लीकेशन दे दें कि उस डेट तक उनकी फ़ी क्लियर होगी, इनके एग्ज़ाम ले लेंगे, फिर जब उनकी फ़ी क्लियर होगी रिजल्ट डिक्लेयर कर देंगे। थैंक यू सर। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਰਦੀਪ ਸਿੰਘ ਧਾਰਨੀ, ਸਰਬਜੀਤ ਸਿੰਘ ਝਿੱਜਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਉਹਨਾਂ ਕਿਹਾ ਕਿ ਪਾਰਟੀ ਨੇ ਪੰਜੋਲੀ ਨੂੰ ਬਹੁਤ ਮਾਨ ਸਨਮਾਨ ਦਿੱਤਾ, ਪਰੰਤੂ ਪੰਜੋਲੀ ਪਾਰਟੀ ਪ੍ਰਧਾਨ ਦੇ ਵਿਰੋਧ 'ਚ ਬੋਲਦੇ ਰਹੇ। ਅੱਜ ਸਮੁੱਚੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਜੋ ਪਿਛਲੇ ਕਾਫੀ ਸਮੇਂ ਤੋਂ ਇੱਕ ਵਾਦ-ਵਿਵਾਦ ਪਾਰਟੀ ਦੇ ਵਿੱਚ ਕਿਸੇ ਸ਼ਖਸ ਵੱਲੋਂ ਸ਼ੁਰੂ ਕੀਤਾ ਗਿਆ, ਉਸ ਸੰਬੰਧ ਵਿੱਚ ਰੱਖੀ ਗਈ ਸੀ। ਉਸ ਸ਼ਖਸ ਦਾ ਨਾਮ ਹੈ ਕਰਨੈਲ ਸਿੰਘ ਪੰਜੋਲੀ, ਜਿਸ ਨੇ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਵੱਡੇ ਜਿਹੜੇ ਅਹੁਦੇ ਨੇ ਉਹਦਾ ਆਨੰਦ ਮਾਣਿਆ। ਮੈਨੂੰ ਯਾਦ ਹੈ ਐਗਜ਼ੈਕਟਿਵ ਮੈਂਬਰ ਦੇ ਤੌਰ 'ਤੇ 11-12 ਸਾਲ, ਬਤੌਰ ਜਨਰਲ ਸਕੱਤਰ, ਵੱਖ-ਵੱਖ ਕਾਲਜਾਂ ਦੇ ਇੰਸਟੀਚਿਊਟਸ ਦੇ ਟਰਸਟੀ ਦੇ ਤੌਰ 'ਤੇ। ਪਰ ਜਿਹੜੀਆਂ ਇਨਡਿਸਿਪਲਿਨ ਚੀਜ਼ਾਂ ਨੇ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ, ਔਰ ਚੇਚੇ ਤੌਰ 'ਤੇ ਪਾਰਟੀ ਇਕੱਲੀ ਦੇ ਨਹੀਂ, ਪਾਰਟੀ ਪ੍ਰਧਾਨ ਉਸ ਲੈਵਲ ਤੱਕ ਉਹ ਸ਼ਖਸ ਹਟਿਆ ਨਹੀਂ। ਵਾਰ-ਵਾਰ ਪਾਰਟੀ ਨਾਲ ਵਾਅਦਾ ਕਰਨ 'ਤੇ, ਸਾਡੇ ਨਾਲ ਵਾਅਦਾ ਕਰਨ 'ਤੇ, ਸਮੁੱਚੀ ਲੀਡਰਸ਼ਿਪ ਨਾਲ, ਵਰਕਰਸ ਨਾਲ ਵਾਅਦਾ ਕਰਨ ਦੇ ਬਾਵਜੂਦ ਉਹਨੇ ਜਿਹੜਾ ਕੰਮ ਹੈ ਸ਼ੁਰੂ ਕੀਤਾ। ਔਰ ਅੱਜ ਸਟੇਜ ਉਹ ਹੈ ਵੀ ਸਿਰ ਦੇ ਉੱਤੋਂ ਦੀ ਪਾਣੀ ਟੱਪ ਚੁੱਕਿਆ, ਔਰ ਇਹ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਵੀ ਬਰਦਾਸ਼ਤ ਕਰਨ ਦੇ ਯੋਗ ਨਹੀਂ ਗਈਆਂ। ਪਹਿਲਾਂ ਸਾਧ ਜਗਦੀਪ ਸਿੰਘ ਚੀਮਾ ਜੀ ਨੇ ਜੋ ਕਰਨੈਲ ਸਿੰਘ ਪੰਜੋਲੀ ਬਾਰੇ ਫੈਸਲਾ ਸੁਣਾਇਆ ਕਿ ਸਮੁੱਚੇ ਇਹ ਫੈਸਲਾ ਸਾਰੇ ਹੀ ਜ਼ਿਲ੍ਹਾ ਜਥੇਬੰਦੀ ਦਾ, ਕਿਉਂਕਿ ਕਰਨੈਲ ਸਿੰਘ ਪੰਜੋਲੀ ਜੀ ਸ਼੍ਰੋਮਣੀ ਅਕਾਲੀ ਦਲ SGPC ਵੱਲੋਂ ਬੜੇ ਅਹੁਦੇ 'ਤੇ ਰਹੇ, ਬੜਾ ਲੰਮਾ ਸਮਾਂ ਉਹਨਾਂ ਨੂੰ ਕੰਮ ਕਰਨ ਦਾ ਪਾਰਟੀ ਵੱਲੋਂ ਮੌਕਾ ਮਿਲਿਆ। ਸੋ ਇਸ ਗੱਲ ਦਾ ਵੀ ਸੰਗਤ 'ਚ ਬਹੁਤ ਵੱਡਾ ਰੋਸ ਆ, ਜਥੇਬੰਦੀ ਬਹੁਤ ਵੱਡਾ ਰੋਸ ਆ ਕਿ ਪਾਰਟੀ ਰਹਿੰਦੇ ਹੋਏ ਜਿੱਥੇ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬਾਰੇ ਬੋਲਣਾ, ਗਲਤ ਸ਼ਬਦ ਬੋਲਣਾ, ਇਹ ਬਰਦਾਸ਼ਤਯੋਗ ਗੱਲ ਨਹੀਂ ਹੈਗੀ। ਸੋ ਜੇ ਕੋਈ ਉਹਨਾਂ ਨੂੰ ਗਿਲਾ ਸ਼ਿਕਵਾ ਸੀ, ਕੋਈ ਗੱਲਬਾਤ ਸੀ, ਤਾਂ ਉਹ ਪਰਿਵਾਰ ਤੌਰ 'ਤੇ ਪ੍ਰਧਾਨ ਸਾਹਿਬ ਨਾਲ ਜਥੇਬੰਦੀ ਬੈਠ ਕੇ ਗੱਲ ਕਰ ਸਕਦੇ ਸੀ। ਪਰ ਸਾਰੇ ਸਮੁੱਚੇ ਜ਼ਿਲ੍ਹੇ ਨੇ ਫੈਸਲਾ ਲਿਆ ਕਿ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਵੇ, ਅਤੇ ਅੱਜ ਸਮੁੱਚੇ ਜ਼ਿਲ੍ਹੇ ਜਥੇਬੰਦੀ ਵੱਲੋਂ ਸਾਰੇ ਬੈਠੇ ਆ। ਉਹਨਾਂ ਨੇ ਫੈਸਲਾ ਲਿਆ ਗਿਆ ਕਿ ਜਿੱਥੇ ਉਹਨਾਂ ਦੇ ਕੱਢਣ ਦੀ ਸਿਫਾਰਿਸ਼ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੂੰ, ਅਤੇ ਜੋ ਡਿਸਪਲਿਨ ਕਮੇਟੀ ਬਣੀ ਆ ਉਹਦੇ ਪ੍ਰਧਾਨ ਚੇਅਰਮੈਨ ਮਲੂਕਾ ਸਾਹਿਬ ਨੂੰ ਸਿਫਾਰਿਸ਼ ਕਰਾਂਗੇ ਕਿ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾਵੇ, ਤਾਂ ਕਿ ਜਿਹੜੇ ਹੋਰ ਕੋਈ ਪਾਰਟੀ ਉਲਟ ਗਤੀਵਿਧੀ ਕਰਦੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਏ ਕਿ ਪਾਰਟੀ ਜਿਹੜੀ ਪਾਰਟੀ ਵਿਰੋਧੀ ਗੱਲਾਂ ਕਰਦੇ, ਪਾਰਟੀ ਪ੍ਰਧਾਨ ਸਾਹਿਬ ਦੇ ਉਲਟ ਗੱਲਾਂ ਕਰਨ, ਬਰਦਾਸ਼ਤ ਨਹੀਂ ਕੀਤਾ ਜਾਊਗਾ। ਸੋ ਅਸੀਂ ਇਹ ਸਾਰਾ ਫੈਸਲਾ
ਸਰ ਪ੍ਰਵਾਨਿਤ ਹੋ ਕੇ ਸਾਰਿਆਂ ਨੇ ਇਕੱਠੇ ਹੋ ਕੇ ਸਰਬਸੰਮਤੀ ਨਾਲ ਇਹ ਸਾਰਾ ਫੈਸਲਾ ਲਿਆ ਗਿਆ। ਸੋ ਜਲਦ ਅਸੀਂ ਅੱਜ ਹੁਣੇ ਪਾਰਟੀ ਪ੍ਰਧਾਨ ਸਾਹਿਬ ਨੂੰ ਤੇ ਮਲੂਕਾ ਸਾਹਿਬ ਨੂੰ ਇਹਦਾ ਸਾਰਾ ਮਤਾ ਭੇਜ ਦਾਂਗੇ ਤਾਂ ਕਿ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਚੇਚੇ ਤੌਰ ਤੇ ਜਿਹੜੀ ਇਹ ਮੀਟਿੰਗ ਸਰਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਐਸਜੀਪੀਸੀ ਦੇ ਖਿਲਾਫ ਵਿਚਾਰਨ ਵਾਸਤੇ ਸੱਦੀ ਗਈ ਸੀਗੀ। ਸਰਦਾਰ ਕਰਨੈਲ ਸਿੰਘ ਪੰਜੋਲੀ ਜਿਹੜਾ ਕਿ ਜਦੋਂ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਕੋਪਟ ਕੀਤਾ, ਉਦੋਂ ਤੋਂ ਹੀ ਇਹਨਾਂ ਦੀਆਂ ਪਾਰਟੀ ਵਿਰੁੱਧ ਜਿਹੜੀਆਂ ਸਰਗਰਮੀਆਂ ਨੇ ਬਹੁਤ ਤੇਜ਼ ਹੁੰਦੀਆਂ ਰਹੀਆਂ, ਕਿਉਂਕਿ ਜੋ ਵੀ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਵੀ ਪ੍ਰੋਗਰਾਮ ਕਰਾਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਨਾਂ ਨੂੰ ਜਿਹੜੀ ਮਾਲੀ ਸਹਾਇਤਾ ਉਹ ਦਿੱਤੀ ਜਾਂਦੀ ਸੀ। ਤੇ ਗੁਰੂ ਘਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਵੀ ਉੱਚ ਮੁਲਾਜ਼ਮ ਜਿਹੜੇ ਜ਼ਿਆਦਾ ਨਹੀਂ 3 ਤੋਂ 4 ਮੁਲਾਜ਼ਮ ਜਿਹੜੇ ਹਮੇਸ਼ਾ ਇਹਨਾਂ ਦੇ ਘਰ ਵਰਕ ਕਰਦੇ ਰਹਿੰਦੇ ਸੀਗੇ, ਉਹ ਵੀ ਮੁਲਾਜ਼ਮਾਂ ਨੂੰ ਆਪਣੇ ਹਿੱਤਾਂ ਲਈ ਵਰਤਣਾ ਉਹ ਵੀ ਇੱਕ ਬਹੁਤ ਵੱਡੀ ਗਲਤੀ ਹੈ। ਤੀਸਰਾ, ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੜਾ ਵੱਡਾ ਵਾਅਦਾ ਕੀਤਾ ਸੀ ਇਹਨਾਂ ਨੇ ਪਾਰਟੀ ਪ੍ਰਧਾਨ ਸਾਹਿਬ ਨਾਲ ਕਿ ਮੈਂ ਵਿਧਾਨ ਸਭਾ ਦੇ ਵਿੱਚ ਜਿਹੜੀ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਾਂਗਾ, ਉਹ ਵੀ ਉਹਦੇ ਆਪਣੇ ਵਾਅਦੇ ਤੇ ਖਰਾ ਨਹੀਂ ਉਤਰੇ। ਔਰ ਉਹ ਵਾਅਦਾ ਕਰਨ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਵੱਡਾ ਅਹੁਦਾ ਦਿੱਤਾ ਗਿਆ ਸੀ, ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਸੀਗਾ, ਤਾਂ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਪਾਰਟੀ ਦੇ ਵਿੱਚੋਂ ਕੰਮ ਕਰ ਸਕਣ। ਸ਼੍ਰੋਮਣੀ ਕਮੇਟੀ ਦੇ ਪਿਛਲੇ ਸਮੇਂ ਇੱਕ ਜ਼ਮੀਨ ਖਰੀਦੀ ਸੀ ਖਰੋੜਾ ਵਿਖੇ, ਉਹਦੇ ਵਿੱਚ ਵੀ ਇਹਨਾਂ ਦਾ ਬੜਾ ਵੱਡੇ ਪੱਧਰ ਤੇ ਨਾਂ ਆਇਆ। ਔਰ ਸਾਰੀਆਂ ਹੀ ਹਰ ਇੱਕ ਸਟੇਜ ਤੇ ਖੰਨਾ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਤੋਂ ਕਿਸਾਨ ਕਾਫੀ ਪਰੇਸ਼ਾਨ ਸਨ। ਪੁਲਿਸ ਨੇ ਗਿਰੋਹ ਦੇ 2 ਮੈਂਬਰ ਕਾਬੂ ਕੀਤੇ ਜੋ ਕਿ 11 ਥਾਵਾਂ ਉੱਪਰ ਚੋਰੀਆਂ ਕਰ ਚੁੱਕੇ ਸਨ। ਇਹ ਮੁੱਦਾ ਪੰਜਾਬ ਪੁਲਿਸ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਸਾਹਮਣੇ ਆਇਆ ਸੀ, ਜਿਸ ਮਗਰੋਂ ਐਸਐਸਪੀ ਨੇ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਖੰਨਾ ਪੁਲਿਸ ਵੱਲੋਂ ਸਾਰੇ ਤਿੰਨੋਂ ਸਬ ਡਿਵੀਜ਼ਨਸ ਦੇ ਵਿੱਚ ਪਬਲਿਕ ਮੀਟਿੰਗਸ ਕੀਤੀ ਗਈਆਂ ਸਨ। ਅਸੀਂ ਇੱਕ ਇਨੀਸ਼ੀਏਟਿਵ ਲਿਆ ਸੀ ਵਿਲੇਜ ਟੂਰ ਪ੍ਰੋਗਰਾਮ ਦਾ, ਤਾਂ ਉਹਦੇ ਵਿੱਚ ਸਾਰੇ ਹੀ ਸੀਨੀਅਰ ਆਫੀਸਰਸ ਡਿਸਟ੍ਰਿਕਟ ਦੇ ਅਲੱਗ-ਅਲੱਗ ਸਬ ਡਿਵੀਜ਼ਨ ਦੇ ਵਿੱਚ ਜਾ ਕਰ ਅਲੱਗ-ਅਲੱਗ ਥਾਣੇ ਦੇ ਏਰੀਆ ਦੇ ਵਿੱਚ ਜਾ ਕਰ ਉੱਥੇ ਪਬਲਿਕ ਮੀਟਿੰਗ ਕਰਦੇ ਹਨ ਔਰ ਲੋਕਾਂ ਦੀ ਸਮੱਸਿਆ ਜਿਹੜੀ ਹੈ ਉਹਨੂੰ ਫਰਸਟ ਹੈਂਡ ਸੁਣਦੇ ਹਨ। ਇਸੇ ਤਰ੍ਹਾਂ ਅਸੀਂ ਜਿਹੜੀ ਇੱਕ ਪਬਲਿਕ ਮੀਟਿੰਗ ਕੀਤੀ ਸੀ ਪਿੰਡ ਝਾੜ ਸਾਹਿਬ ਦੇ ਵਿੱਚ 9 ਤਾਰੀਖ ਨੂੰ। ਉੱਥੇ ਇੱਕ ਮੁੱਦਾ ਜਿਹੜੇ ਪਿੰਡ ਦੇ ਲੋਕੀ ਸੀਗੇ ਉਹਨਾਂ ਨੇ ਚੁੱਕਿਆ ਸੀ। ਉਹਨਾਂ ਨੇ ਦੱਸਿਆ ਸੀ ਕਿ ਉੱਥੇ ਨਹਿਰ ਦੇ ਕੋਲ ਜਿਹੜੀ ਕੰਡੀਲੀ ਤਾਰਾਂ ਲੱਗੀ ਹੁੰਦੀ ਹੈ ਸੇਫਟੀ ਵਾਸਤੇ, ਉਹਦੀ ਚੋਰੀ ਹੋ ਰਹੀ ਹੈ ਅਤੇ ਲੋਕਾਂ ਦੀ ਮੋਟਰਸ ਦੀ ਵੀ ਚੋਰੀ ਹੋ ਰਹੀ ਹੈ। ਇਹ ਉੱਥੇ ਹੀ ਸਾਨੂੰ ਡਿਊਰਿੰਗ ਦ ਮੀਟਿੰਗ ਜੋ ਹੈ ਉਹ ਚੀਜ਼ ਪਤਾ ਚੱਲੀ ਸੀ। ਉੱਤੋਂ ਫਿਰ ਅਸੀਂ ਕੰਸਰਨ ਡੀਐਸਪੀ ਸਮਰਾਲਾ ਜਿਹੜੇ ਹੈ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਇਹਨੂੰ ਤੁਰੰਤ ਟਰੇਸ ਕੀਤਾ ਜਾਏ। ਪੁਲਿਸ ਨੇ ਕਾਫੀ ਮਿਹਨਤ ਕਰਕੇ ਟੀਮਾਂ ਬਣਾ ਕਰ ਹੁਣ ਫਿਰ ਉਹਨੂੰ ਟਰੇਸ ਵੀ ਕੀਤਾ ਪਲੱਸ ਚੋਰਾਂ ਨੂੰ ਵੀ ਫੜਿਆ। ਉਸੀ ਕੜੀ ਦੇ ਵਿੱਚ ਅਸੀਂ 12 ਤਾਰੀਖ ਨੂੰ ਜਿਹੜੇ ਹੈ ਬੰਦੇ ਫੜੇ ਸੀ ਜਸਵਿੰਦਰ ਸਿੰਘ ਅਤੇ ਸੋਨੂ ਸਿੰਘ। ਇਹ ਦੋਨੋਂ ਭਰਾ ਹੈਗੇ। ਇਹ ਮਿਲ ਕਰ ਜਿਹੜੇ ਹੈ ਨਹਿਰ ਦੇ ਕੋਲ ਜਿਹੜੀ ਤਾਰਾਂ ਲੱਗੀ ਹੁੰਦੀ ਹੈ ਉਹਨੂੰ ਕਟਰ ਰਾਹੀਂ ਕੱਟ ਕੇ ਚੋਰੀ ਕਰਦੇ ਹਨ ਅਤੇ ਜਿਹੜੇ ਖੂਹ ਹੁੰਦੇ ਆ ਪਿੰਡਾਂ ਦੇ ਵਿੱਚ ਉੱਥੋਂ ਮੋਟਰ ਚੋਰੀ ਕਰਦੇ। ਤਾਂ ਹਰ ਇੱਕ ਮੋਟਰ ਕਰੀਬ 20-25 ਹਜ਼ਾਰ ਦੀ ਹੁੰਦੀ ਹੈ, ਉਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਸੀ। ਤਾਂ ਉਹਨੂੰ ਅਸੀਂ ਟਰੇਸ ਕੀਤਾ। ਉਸ ਤੋਂ ਬਾਅਦ ਉਹ ਮੋਟਰਸ ਜਿਹੜੀ ਹੈ ਉਹ ਰਿਕਵਰ ਵੀ ਕਰਵਾਈ ਹੈ ਉਹਨਾਂ ਦੇ ਕੋਲੋਂ। ਤਾਂ ਕਰੀਬ 11 ਦੇ ਕਰੀਬ ਸਾਨੂੰ ਮੋਟਰਸ ਰਿਕਵਰ ਹੋਈਆਂ ਔਰ ਕਾਫੀ ਜ਼ਿਆਦਾ ਤਾਰ ਔਰ ਕਟਰ ਔਰ ਹਥੌੜੇ ਇਸ ਤਰ੍ਹਾਂ ਦੀ ਚੀਜ਼ਾਂ ਰਿਕਵਰ ਹੋਈਆਂ। ਤੋ ਇਸ ਕਰਕੇ ਸਾਨੂੰ ਇਹ ਮੀਟਿੰਗਸ ਦਾ ਵੀ ਕਾਫੀ ਬੈਨੀਫਿਟ ਹੋਇਆ ਸੀ ਔਰ ਪਲੱਸ ਲੋਕਾਂ ਦੀ ਸਮੱਸਿਆ ਜਿਹਨੂੰ ਫਰਸਟ ਹੈਂਡ ਅਸੀਂ ਨਿਪਟਾ ਵੀ ਦਿੱਤਾ ਸੀ, ਨਾਲੇ ਰਿਕਵਰੀਜ਼ ਵੀ ਕੀਤੀ ਸੀ। ਸਰ ਕਿੰਨੇ ਗੈਂਗ ਦੇ ਮੈਂਬਰ ਸੀਗੇ ਟੋਟਲ? ਇਹ 2 ਮੈਂਬਰ ਹਾਲੇ ਫੜੇ ਗਏ ਹਨ। ਅਸੀਂ ਹੁਣ ਬਾਕੀ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ। ਰਿਮਾਂਡ ਲੈ ਕਰ ਇਹਦੇ ਵਿੱਚ ਹੋਰ ਕਿਹੜੇ ਮੈਂਬਰਸ ਇਨਵੋਲਵ ਸੀ ਔਰ ਹੋਰ ਕਿੱਥੇ ਵਾਰਦਾਤ ਕਰ ਚੁੱਕੇ ਆ, ਕਿਉਂਕਿ ਇਹ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਕਈ ਵਾਰੀ ਜਨਰਲ ਪਬਲਿਕ ਪ੍ਰਾਪਰਟੀ ਹੁੰਦੀ ਹੈ, ਪਤਾ ਨਹੀਂ ਚੱਲਦਾ। ਇਹ ਉਸ ਮੀਟਿੰਗ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦੀ ਚੋਰੀਆਂ ਹੋ ਰਹੀ ਹੈ। ਜਦੋਂ ਅਸੀਂ ਇਹਨੂੰ ਟਰੇਸ ਕੀਤਾ ਤਾਂ ਸਾਨੂੰ ਇੱਕ ਲਿੰਕਡ ਫਰਦਰ ਦੂਜੀ ਚੋਰੀ ਵੀ ਪਤਾ ਚੱਲੀ ਜੋ ਕਿ ਮੋਟਰਾਂ ਦੀ ਚੋਰੀ ਕਰਦੇ ਸੀ ਇਹ। ਤਾਂ ਇਸ ਤਰ੍ਹਾਂ ਇਹਨਾਂ ਨੇ ਹੋਰ ਕਿਤੇ ਵੀ ਕੋਈ ਕੈਨਾਲ ਜਾਂ ਕਿਸੇ ਨਹਿਰ ਦੇ ਕੋਲ ਅਗਰ ਕੋਈ ਤਾਰਾਂ ਦੀ ਜਾਂ ਐਂਗਲਸ ਦੀ ਚੋਰੀ ਕੀਤੀ ਹੈ ਤਾਂ ਉਹ ਵੀ ਇਸ ਦੇ ਵਿੱਚ ਰਿਕਵਰ ਹੋ ਜਾਏਗਾ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੱਜ ਆਪਰੇਸ਼ਨ ਕਾਸੋਂ ਤਹਿਤ ਪੰਜਾਬ ਪੁਲਿਸ ਦੇ ਤਰਫੋਂ 40 ਟੀਮਾਂ ਤੇ 250 ਦੇ ਕਰੀਬ
ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ ਥਾਵਾਂ ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਚੈਕਿੰਗ ਕੀਤੀ। VSPD ਰਣਧੀਰ ਕੁਮਾਰ ਨੇ ਦੱਸਿਆ ਕਿ 40 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ ਹੈ ਅਤੇ ਇਹ ਪੁੱਛੇ ਜਾਣ ਤੇ ਕਿ ਕਿਹੜੇ-ਕਿਹੜੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ SPD ਨੇ ਕਿਹਾ ਕਿ ਉਹ ਕੁਝ ਨਹੀਂ ਦੱਸ ਸਕੇ ਤੇ ਹੋਰ ਜਾਣਕਾਰੀ ਸ਼ਾਮ ਨੂੰ ਦਿੱਤੀ ਜਾਵੇਗੀ। ਫਿਰੋਜ਼ਪੁਰ ਕੋਰਦੀਪ ਕੌਰ ਵੱਲੋਂ ਨਿਰਦੇਸ਼ ਸੀਗੇ ਕਿ ਟੀਮਾਂ ਬਣਾਈ ਜਾਏ ਤੇ 40 ਟੀਮਸ ਦਾ ਗਠਨ ਕੀਤਾ ਗਿਆ ਸੀ। ਮਾਨਯੋਗ ਐਸਐਸਪੀ ਦੇ ਨਿਰਦੇਸ਼ ਦੇ ਮੁਤਾਬਕ ਅਰਾਊਂਡ 120 ਸਸਪੈਕਟਸ ਨੇ ਤੇ ਪ੍ਰੋਪਰ ਰੇਟ ਜਾਰੀ ਨੇ। ਸਰ ਮੈਂ ਨਹੀਂ ਦੱਸ ਸਕਦਾ, ਬਟ ਮੈਂ ਇਹ ਦੱਸ ਸਕਦਾ ਕਿ ਅਰਾਊਂਡ 120 ਸਸਪੈਕਟਸ ਤੇ 40 ਟੀਮਸ ਦਾ ਗਠਨ ਕੀਤਾ ਗਿਆ ਸੀ ਤੇ ਕੋਆਰਡੀਨੇਟਡ ਤਰੀਕੇ ਨਾਲ ਇੱਕ ਹੀ ਸਮੇਂ ਤੇ ਸਭ ਤੇ ਰੇਡ ਮਾਰੀ ਗਈ। ਓਕੇ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਦੇ ਪੁਲਵਾਮਾ ਹਮਲੇ ਵਿੱਚ 14 ਫਰਵਰੀ 2019 ਵਿੱਚ ਸ਼ਹੀਦ ਸੁਖਜਿੰਦਰ ਸਿੰਘ ਅਤੇ 1996 ਵਿੱਚ ਸ਼ਹੀਦ ਹੋਏ ਪ੍ਰਤਾਪ ਸਿੰਘ ਗਦਰੀ ਬਾਬਾ ਸੰਤਾ ਸਿੰਘ ਦੀ ਯਾਦ ਨੂੰ ਸਮਰਪਿਤ ਪਰਿਵਾਰਕ ਮੈਂਬਰਾਂ ਵੱਲੋਂ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਲਾਨਾ ਬਰਸੀ ਸਮਾਗਮ ਸ਼ਹੀਦ ਸੁਖਜਿੰਦਰ ਸਿੰਘ ਜੀ ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਅਤੇ 1996 ਵਿੱਚ ਸ਼ਹੀਦ ਹੋਏ ਪ੍ਰਤਾਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਝਲਕਿਆ ਦਰਜ ਉਹਨਾਂ ਕਿਹਾ ਸਰਕਾਰਾਂ ਸ਼ਹਾਦਤ ਵੇਲੇ ਕੀਤੇ ਵਾਅਦੇ ਵਫਾ ਕਿਉਂ ਨਹੀਂ ਕਰਦੀਆਂ। ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇ। ਮੇਰਾ ਨਾਮ ਗੁਰਜੰਟ ਸਿੰਘ, ਮੈਂ ਸ਼ਹੀਦ ਸੁਖਜਿੰਦਰ ਸਿੰਘ ਦਾ ਬ੍ਰਦਰ ਹਾਂ। ਸਰਕਾਰਾਂ ਵੱਲੋਂ ਜਿੰਨੇ ਵਾਅਦੇ ਕੀਤੇ ਗਏ ਉਹਦੇ ਵਿੱਚ ਜਿਹੜਾ ਅਨਕੰਪਲੀਟ ਉਹ ਸਟੇਡੀਅਮ ਦਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਸੀ, ਜਿਹੜੀ ਉਹਦੀ ਯਾਦ ਦੇ ਵਿੱਚ ਉਦੋਂ ਸਰਕਾਰ ਨੇ ਕਿਹਾ ਸੀ ਬਣਾ ਦਿੱਤਾ ਜਾਊਗਾ 1 ਸਾਲ ਦੇ ਵਿੱਚ। ਉਦੋਂ ਬ੍ਰਹਮਪੁਰਾ ਸਾਹਿਬ MP ਸਨ, ਉਹਨਾਂ ਨੇ 20 ਲੱਖ ਰੁਪਈਆ ਦਿੱਤਾ। ਉਹਦੇ ਵਿੱਚੋਂ ਵੀ ਕੀ ਕੁਛ ਬਣਿਆ, ਇੱਕ ਸ਼ੈੱਡ ਆ, ਦੋਹੀਂ ਪਾਸੇ ਆ, 2-2 ਪੌੜੀਆਂ ਤੁਹਾਡੇ ਸਾਹਮਣੇ ਦੇਖ ਹੀ ਰਿਹਾ। ਤੇ ਅਸੀਂ ਇਹ ਰਿਕਵੈਸਟ ਕਰਦੇ ਹਾਂ ਭਗਵੰਤ ਸਿੰਘ ਮਾਨ ਨੂੰ ਕਿ ਸਟੇਡੀਅਮ ਦਾ ਕੰਮ ਜਿਹੜਾ ਜਲਦੀ ਤੋਂ ਜਲਦੀ ਉਹ ਪੂਰਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਕਿ ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ ਦੇ ਵਿੱਚ ਇਹ ਸਟੇਡੀਅਮ ਬਣਿਆ। ਦੂਜੀ ਬੇਨਤੀ ਇਹ ਆ ਕਿ ਜਦੋਂ ਭਗਵੰਤ ਸਿੰਘ ਮਾਨ MP ਸਨ, ਉਹਨਾਂ ਦੇ ਖੁਦ ਦੇ ਇਹ ਬਿਆਨ ਸਨ, ਉਹਨਾਂ ਨੇ ਖੁਦ ਇਹ ਗੱਲ ਕਹੀ ਕਿ ਜਿਹੜੀ ਸ਼ਹੀਦ ਦੀ ਪਤਨੀ ਆ ਉਹਦੀ ਕੁਆਲੀਫਿਕੇਸ਼ਨ ਵੇਖ ਕੇ ਨਹੀਂ ਜੋਬ ਦਿੱਤੀ ਜਾਵੇ, ਸ਼ਹੀਦ ਦੀ ਸ਼ਹਾਦਤ ਵੇਖ ਕੇ ਜੋਬ ਦਿੱਤੀ ਜਾਵੇ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਜਿਹੜੀ ਉਹ ਜੋਬ ਆ ਉਹ ਵੀ ਉੱਚ ਪੱਧਰੀ ਵਾਲੀ ਜੋਬ ਆ ਜਿਹੜੀ ਉਹ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਵੇ। ਨਿਰਵੈਰ ਸਿੰਘ ਆ ਜੀ। ਮੇਰੇ ਬ੍ਰਦਰ ਪ੍ਰਤਾਪ ਸਿੰਘ ਆ, 1996 ਦੇ ਵਿੱਚ ਸ਼ਹੀਦ ਹੋਏ ਆ। ਤੇ ਉਸ ਟਾਈਮ ਤੇ ਸਾਨੂੰ ਇੱਕ ਲੈਟਰ ਆਇਆ ਸੀ ਇੱਕ ਗੈਸ ਏਜੰਸੀ ਤੇ ਇੱਕ ਪੈਟਰੋਲ ਪੰਪ ਦਾ, ਜੋ ਸਾਡੇ ਵਾਅਦੇ ਜਿਹੜੇ ਸਰਕਾਰ ਨੇ ਪੂਰੇ ਨਹੀਂ ਕੀਤੇ। ਤੇ ਭਗਵੰਤ ਮਾਨ ਜੀ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਵਾਅਦੇ ਆ ਇਹ ਪੂਰੇ ਕੀਤੇ ਜਾਣ। ਤੇ ਜੋ ਉਹਨਾਂ ਦੀ ਪਤਨੀ ਸੀ, ਉਹਨਾਂ ਨੂੰ ਉਦੋਂ 1 ਮਹੀਨਾ ਵਿਆਹ ਨੂੰ ਹੋਇਆ ਸੀਗਾ ਤੇ ਉਹਨਾਂ ਨੂੰ ਸਾਂਭ ਰਿਹਾ ਮੈਂ, ਨਾਲੇ ਮਾਤਾ ਪਿਤਾ ਨੂੰ ਆਪਣੇ ਨੂੰ ਸਾਂਭ ਰਿਹਾ ਨਾਲ। ਤੇ ਕਿਵੇਂ ਦੇਖਦੇ ਜੋ ਸਰਕਾਰਾਂ ਖੰਨਾ ਵਿਖੇ MLA ਤਰੁਣਪ੍ਰੀਤ ਸਿੰਘ ਸੋਧ ਵੱਲੋਂ ਰਤਨਹੇੜੀ ਓਵਰ ਬ੍ਰਿਜ ਦਾ ਕੀਤਾ ਗਿਆ ਉਦਘਾਟਨ। ਰਿਪੋਰਟਰ ਟੀਨਾ ਬਰਵਾਲੀਆ ਦੀ ਰਿਪੋਰਟ। ਮੀਡੀਆ ਦਾ ਬਹੁਤ ਧੰਨਵਾਦ, ਤੁਸੀਂ ਅੱਜ ਕਵਰੇਜ ਕਰਨ ਲਈ ਇੰਨੀ ਵੱਡੀ ਤਾਦਾਦ ਦੇ ਵਿੱਚ ਪਹੁੰਚੇ ਹੋ। ਅੱਜ ਸਾਡੇ ਹਲਕੇ ਖੰਨਾ ਲਈ ਬਹੁਤ ਵੱਡਾ ਦਿਨ ਹੈ। ਅੱਜ ਰਤਨਹੇੜੀ ਰੋਡ ਦੇ ਉੱਤੇ ਜਿਹੜਾ ਕਿ ਪਿਛਲੇ ਕਈ ਦਹਾਕਿਆਂ ਤੋਂ ਜਿਹਦੀ ਡਿਮਾਂਡ ਸੀ ਔਰ ਸਮਝ ਲਓ ਪਿਛਲੇ 50 ਸਾਲ ਤੋਂ ਇਹ ਡਿਮਾਂਡ ਹੋਣੀ ਹੈ ਕਿ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ, ਜਿਹਨੂੰ ਲਿਮਟਿਡ ਹਾਈਟ ਸਬਵੇ ਕਹਿੰਦੇ ਆ ਟੈਕਨੀਕਲੀ ਭਾਸ਼ਾ ਦੇ ਵਿੱਚ, ਅੱਜ ਉਹ ਬਣ ਕੇ ਬਿਲਕੁਲ ਕੰਪਲੀਟ ਤਿਆਰ ਹੋ ਗਿਆ। ਅੱਜ ਉਹਦਾ ਉਦਘਾਟਨ ਕੀਤਾ ਗਿਆ ਔਰ ਇਹ ਸਰਦਾਰ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਰਹਿਨੁਮਾਈ ਦੇ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਸਾਡੇ PWD ਮੰਤਰੀ ETO ਹਰਭਜਨ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਔਰ ਅੱਜ ਇਹ ਉਦਘਾਟਨ ਕੀਤਾ ਗਿਆ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਇਹ ਜਿਹੜਾ ਸਬਵੇ ਹੈ ਇਹ ਆਪਣਾ ਸਾਡੀ ਆਮ ਜਨਤਾ ਨੂੰ ਇਹ ਸਮਰਪਿਤ ਹੋ ਗਿਆ, ਜਿਹਦੇ ਨਾਲ ਇੱਧਰ ਪੈਂਦੇ ਜਾਣੀ ਕਿ ਜਿੰਨੀਆਂ ਕਲੋਨੀਆਂ ਨੇ, ਚਾਹੇ ਉਹ ਨਿਊ ਨਰੋਤਮ ਨਗਰ ਹੋਵੇ, ਚਾਹੇ ਸੇਕਰਡ ਹਾਰਟ ਕਨਵੈਂਟ ਸਕੂਲ ਦੇ ਬੱਚੇ ਹੋਣ, ਚਾਹੇ ਪੇਰੈਂਟਸ ਹੋਣ, ਚਾਹੇ ਇੱਧਰ ਪੈਂਦੇ ਸਾਰੇ ਪਿੰਡ ਹੋਣ, ਜਿਵੇਂ ਕਿ ਰਤਨਹੇੜੀ, ਮਾਨਕ ਮਾਜਰਾ, ਅਲੀਪੁਰ, ਸਾਹਿਬਪੁਰਾ, ਭਾਲਾ, ਉੱਚਾ ਨੀਚਾ, ਬੂਥਗੜ੍ਹ, ਮਹਾਉਣ, ਇਹ ਸਾਰੇ ਇਲਾਕਿਆਂ ਨੂੰ ਇੰਨਾ ਜ਼ਿਆਦਾ ਫਾਇਦਾ ਹੋਣਾ ਹੈ ਇਹਦਾ ਕਿ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਕਿ ਹਲੇ ਅੱਧਾ ਘੰਟਾ ਨਹੀਂ ਹੋਇਆ ਇਹਦਾ ਉਦਘਾਟਨ ਹੋਏ ਨੂੰ ਤੇ ਪੂਰਾ ਖਚਾ ਖਚ ਦੇਖੋ ਭਰ ਕੇ ਚੱਲ ਰਿਹਾ ਹੈ, ਕਿਉਂਕਿ ਇਹ ਇੰਨੀ ਲੰਬੀ ਡਿਮਾਂਡ ਸੀ, ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਸੀ। ਔਰ ਇੱਕ ਗੱਲ ਮੈਨੂੰ ਦੱਸਦੇ ਹੋ ਰਹੇ, ਬੜੀ ਖੁਸ਼ੀ ਹੋ ਰਹੀ ਹੈ ਕਿ ਰੇਲਵੇ ਅੰਡਰ ਬ੍ਰਿਜ ਦਾ ਕੰਮ ਤੇ ਰੇਲਵੇ ਓਵਰ ਬ੍ਰਿਜ ਦਾ ਕੰਮ ਇਕੱਠਾ ਟੈਂਡਰ ਹੋਇਆ ਸੀ ਤੇ ਜਿਹੜਾ ਕਿ ਹੁਣ ਮਾਰਕਫੈਡ ਵਾਲੀ ਸੜਕ ਦੇ ਉੱਤੇ ਰੇਲਵੇ ਓਵਰ ਬ੍ਰਿਜ ਬਣ ਰਿਹਾ। ਪਰੰਤੂ ਇਹ ਮੈਂ ਉਰੋਂ ਤਾਰੀਫ ਕਰਦਾ ਡਿਪਾਰਟਮੈਂਟ PWD ਦੀ, ਜਿਨ੍ਹਾਂ ਦੀ ਯੋਗ ਮਤਲਬ ਕਿ ਅਗਵਾਈ ਦੇ ਵਿੱਚ ਜਿਹੜਾ ਇਹ ਜਿਨ੍ਹਾਂ ਨੇ ਕੰਮ ਕੀਤਾ ਇਹਦਾ, ਉਹਨਾਂ ਨੇ ਜੁਲਾਈ 2022 ਦੇ ਵਿੱਚ
ਇਹ ਟੈਂਡਰ ਕਲੀਅਰ ਹੋ ਕੇ ਬਣਨਾ ਸ਼ੁਰੂ ਹੋਇਆ ਸੀ ਤੇ 7 ਮਹੀਨਿਆਂ ਦੇ ਅੰਦਰ ਅੱਜ ਫਰਵਰੀ 2023 ਦੇ ਵਿੱਚ ਇਹਨਾਂ ਨੇ 7 ਮਹੀਨਿਆਂ ਦੇ ਅੰਦਰ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹ ਅਪ ਟੂ ਮਾਰਕ ਵਧੀਆ ਕੁਆਲਿਟੀ ਦਾ ਬਣਾ ਕੇ ਤਿਆਰ ਕਰਤਾ। ਤਾਂ ਉਰੇ ਦੇ ਜਿਹੜੇ ਸਾਰੇ ਅਫਸਰ ਸਾਹਿਬਾਨ ਨੇ ਉਹ ਵੀ ਇਸ ਗੱਲ ਦੀ ਵਧਾਈ ਦੇ ਪਾਤਰ ਨੇ। ਅੱਜ ਉਰੇ PWD ਤੋਂ SC ਐਕਸੀਅਨ SDO JE ਸਾਰੇ ਪਹੁੰਚੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਇੱਧਰ ਦੀ ਇਸ ਮਤਲਬ ਕਿ ਏਰੀਏ ਦੀ ਸੰਘਰਸ਼ ਕਮੇਟੀ ਹੈ ਉਹਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਕਿਉਂਕਿ ਉਹਨਾਂ ਨੇ ਸਮੇਂ ਸਿਰ ਘੰਟੀ ਖੜਕਾਈ ਗਏ ਜਿਹਦੇ ਸਦਕਾ ਦੇ ਸਮਰਾਲਾ ਚੌਂਕ ਨੇੜੇ ਗੁਰਦੁਆਰਾ ਨਾਨਕਸਰ ਦੇ ਨੇੜੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰੇ ਦੇ ਪੁਰਾਣੇ ਸੇਵਾਦਾਰਾਂ ਨੇ ਨਵੀਂ ਗੱਦੀ ਨਸ਼ੀਨ ਅਨਹਦ ਰਾਜ ਸਿੰਘ ਤੋਂ ਆਪਣੇ ਗੁੰਡਿਆਂ ਰਾਹੀਂ ਘਰ ਤੇ ਹਮਲਾ ਕਰਵਾਉਣ ਦੇ ਇਲਜ਼ਾਮ ਲਗਾਇਆ ਤਾਂ ਲੁਧਿਆਣਾ ਦਿੱਲੀ ਹਾਈਵੇ ਜਾਮ ਕਰ ਦਿੱਤਾ। ਪੀੜਿਤ ਸੇਵਾਦਾਰ ਨੇ ਅਤੇ ਉਸਦੇ ਸਾਥੀਆਂ ਨੇ ਬਾਬੇ ਅਤੇ ਉਸਦੇ ਪਿਤਾ ਦੇ ਗੁੰਡੇ ਭੇਜ ਕੇ ਘਰ ਦੇ ਅੰਦਰ ਦਾਖਲ ਹੋ ਕੇ ਤਲਵਾਰਾਂ ਨਾਲ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਖੁਰਦ-ਬੁਰਦ ਕਰਨ ਤੇ 2 ਮਹਿਲਾਵਾਂ ਨੂੰ ਕਿਡਨੈਪ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਉਹਨਾਂ ਕਿਹਾ ਕਿ ਪੁਰਾਣਾ ਸੇਵਾਦਾਰ ਆਪਣੇ ਪਰਿਵਾਰ ਨਾਲ ਕਰੀਬ 40 ਸਾਲ ਤੋਂ ਵੱਡੇ ਬਾਬਾ ਜੀ ਵੱਲੋਂ ਲੈ ਕੇ ਦਿੱਤੇ ਗਏ ਘਰ ਵਿੱਚ ਰਹਿ ਰਹੇ ਹਨ ਜਿਸ ਦੇ ਕਾਗਜ਼ ਵੀ ਉਹਨਾਂ ਕੋਲ ਹਨ ਤੇ ਵੱਡੇ ਬਾਬਾ ਜੀ ਦੀ ਮੌਤ ਤੋਂ ਬਾਅਦ ਮੌਜੂਦਾ ਗੱਦੀ ਨਸ਼ੀਨ ਬਾਬਾ ਤੇ ਉਸਦੇ ਰਿਸ਼ਤੇਦਾਰ ਉਹਨਾਂ ਨੂੰ ਘਰ ਖਾਲੀ ਕਰਨ ਦਾ ਦਬਾਅ ਬਣਾ ਰਹੇ ਸਨ ਜਿਸ ਦੇ ਚੱਲਦੇ ਉਹਨਾਂ ਤੇ ਹਮਲਾ ਕਰਵਾਇਆ ਗਿਆ ਅਤੇ ਘਰ ਦੇ ਸਾਰੇ ਸਮਾਨ ਦੇ ਨਾਲ ਸਾਰੇ ਕਾਗਜ਼ ਪੱਤਰ ਵੀ ਖੁਰਦ-ਬੁਰਦ ਕਰ ਦਿੱਤੇ ਕਿ ਵੀ ਅੰਦਰ ਕੁਝ ਨਹੀਂ ਹੈਗਾ। ਪੁਲਿਸ ਕਹਿੰਦੀ ਸੀ ਕਿ ਅੰਦਰ ਕੁਝ ਨਹੀਂ ਹੈਗਾ ਪਰ ਹੁਣ ਤੁਸੀਂ ਦੇਖੋ ਪੁਲਿਸ ਕਹਿੰਦੀ ਅੰਦਰ ਟੈਚੀ ਵਿੱਚ ਸਭ ਚੱਕ ਕੇ ਲੈ ਗਏ ਪਰ ਅੰਦਰ ਬੈੱਡ ਤੱਕ ਵੀ ਹੈ ਨਹੀਂ, ਕੈਮਰੇ ਵੀ ਚੱਕ ਕੇ ਲੈ ਗਏ ਨੇ, ਬਾਕੀ ਰਸੋਈ ਦਾ ਭਾਂਡੇ ਤੱਕ ਨਹੀਂ ਛੱਡੇ। ਤੁਸੀਂ ਆਪ ਕਵਰੇਜ ਕਰਕੇ ਆਏ ਹੋ ਤੇ ਜੇ ਗਰੀਬ ਇੱਕ ਬਾਬਾ ਜੀ ਨੇ ਗਰੀਬ ਨੇ ਤਾਂ ਸਾਡੇ ਕੋਲ ਮੁਕਤ ਵਰਗਾ ਤੇ ਲਾਂਤਾ ਲੁਧਿਆਣੇ ਸ਼ਹਿਰ ਦੇ ਪੰਜਾਬ ਦੇ ਮੁਕਤ ਵਰਗਾ ਲਾਂਤਾ ਭਾਈ ਦੇ ਨਾਮ ਬੈਠੇ ਤੇ ਲਾਂਤਾ ਪੰਜਾਬੀਓ। ਬਿਲਕੁਲ ਜੀ ਪੁਲਿਸ ਨੂੰ ਇੱਥੇ ਲੈ ਕੇ ਆਈ ਹੈ ਚੌਂਕ ਦੇ ਬੜੇ ਪੁਲਿਸ ਤੋਂ ਇੱਥੇ ਲੈ ਕੇ ਆਈ ਹੈ। ਹੁਣ ਪੁਲਿਸ ਕਿੱਥੇ ਹੈ? ਮੈਂ ਇੱਕ ਅੰਮ੍ਰਿਤਧਾਰੀ ਬੰਦਾ ਔਰ ਦੇਖੋ ਮੈਂ ਭਾਈ ਅੰਮ੍ਰਿਤਪਾਲ ਤੱਕ ਦੀ ਗੱਲ ਪਹੁੰਚਾਉਣੀ ਚਾਹੁੰਦਾ ਜਿਹੜੇ ਭਈ ਬਾੜਾ ਇੱਥੋਂ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਕਰ ਦਿੱਤਾ ਕਿ ਮੇਰੇ ਨਾਲ ਇਸ ਗੁਰਦੁਆਰੇ ਵਾਲਿਆਂ ਨੇ ਅਨਹਦ ਰਾਜ ਜਿਹੜਾ ਇਸ ਟਾਈਮ ਗੱਦੀ ਦੇ ਉੱਤੇ ਕਾਬਜ਼ ਕਰਕੇ ਗੁੰਡਾਗਰਦੀ ਕਰਕੇ ਬੈਠਾ ਤੇ ਉਹਦਾ ਜਿਹੜਾ ਡੈਡੀ ਨਾਲ ਜੋ ਕਿ ਆਪਣੇ ਆਪ ਨੂੰ ਸੁਪਰੀਮ ਕੋਰਟ ਦਾ ਜੱਜ ਕਹਾਉਂਦਾ ਹੈ। ਉਹ ਭਾਜੀ 3 ਲੱਖ ਰੁਪਇਆ ਤਨਖਾਹ ਲੈ ਰਹੇ ਨੇ ਗੁਰਦੁਆਰੇ ਦੇ ਵਿੱਚੋਂ। ਮੇਰੇ ਨਾਲ ਗੁੰਡਾਗਰਦੀ ਕੀਤੀ ਆ ਜੀ, ਮੈਨੂੰ ਮੇਰੀ ਸਿੱਖੀ ਉਹਨੇ ਰੋਲਤੀ ਹੈ। ਜੇ ਮੇਰੀ ਲਾਜ ਨਾ ਰੱਖੀ ਤੁਸੀਂ ਜਾਂ ਭਾਈ ਅੰਮ੍ਰਿਤਪਾਲ ਜੀ ਨੇ ਮੈਂ ਆਪਣੀ ਦਾੜੀ ਸ਼ੇਪ ਕਰਾ ਕੇ ਨਹੀਂ ਇਹ ਕੰਮ ਨਹੀਂ ਕਰਦੇ ਇਹ ਕੰਮ ਨਹੀਂ ਕਰੀ ਇਹ ਸ਼ਬਦ ਵਾਪਰੋ ਬਹਿ ਜਾਊਂਗਾ ਕਹੂੰਗਾ ਸਿੱਖ ਖਤਮ ਹੋ ਗਏ। ਮੈਂ ਕਹਿੰਦਾ ਜੀ ਇਹ ਸ਼ਬਦ ਆਪਾਂ ਵਰਤਨੇ ਨਹੀਂ ਐਡਾ ਆਪਾਂ ਢੈਂਦੀ ਗਾਲਾਂ ਦੇ ਵਿੱਚ ਨਹੀਂ ਜਾਣਾ। ਜੇ ਕੋਈ ਇੱਕ ਇਸ ਤਰੀਕੇ ਨਾਲ ਗੱਲ ਕਰਦਾ ਬਾਕੀ ਮਾਰੇ ਹੋਣਾ ਲੁਧਿਆਣੇ ਤੁਹਾਡੇ ਭਰਾ ਖੜੇ ਆ ਨਾ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਇਹਨਾਂ ਉੱਤੇ ਪੂਰਾ ਐਕਸ਼ਨ ਲਿਆ ਜਾਵੇ। ਸ਼੍ਰੋਮਣੀ ਕਮੇਟੀ ਨੂੰ ਕਹਿਣਾ ਜਥੇਦਾਰ ਜੀ ਨੂੰ ਕਹਿਣਾ ਵੀ ਇਸ ਬੰਦੇ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਜੋ ਸਾਰੀ ਉਮਰ ਇਹ ਸਾਨੂੰ ਇਨਸਾਫ ਦਿਵਾਓ। ਇਹ ਗੁਰਦੁਆਰੇ ਵਾਲਿਆਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਹੈ। ਸਾਡੇ ਤੋਂ ਕਈ ਦਿਨ ਤੇ ਅਤਿਆਚਾਰ ਹੋ ਰਿਹਾ ਹੈ। ਮੇਰੇ ਘਰ ਵਾਲੇ ਤੇ ਵੀ ਅੱਜ ਇੱਟਾਂ ਵਰਛਾਈਆਂ। ਮੈਂ ਇਕੱਲੀ ਸੀਗੀ ਘਰ ਜੀ, ਮੇਰਾ ਘਰ ਵਾਲਾ ਸੇਵਾ ਤੇ ਗਿਆ ਹੋਇਆ ਸੀਗਾ ਤੇ ਇਹਨਾਂ ਨੇ ਕੋਠੇ ਉੱਤੇ ਦੀ 15 ਬੰਦੇ ਭੇਜੇ। ਜਿਹੜਾ ਅਮਰਜੀਤ ਸਿੰਘ ਆ ਗੁਰਦੁਆਰਾ ਨਾਨਕਸਰ ਵਾਲਿਆਂ ਨੇ 15 ਬੰਦੇ ਭੇਜੇ। ਮੁੰਡੇ ਮੂੰਹ ਬੰਦ ਸੀ, ਕਿਰਪਾਨਾਂ ਉਹਨਾਂ ਦੇ ਕੋਲ ਸੀਗੀਆਂ। ਪਿਛਲੇ 6 ਨੰਬਰ ਚੋਂ ਨਿਕਲੇ ਆਏ ਨੇ, ਲੋਕ ਕੇ ਕੋਠਿਆਂ ਤੇ ਚੜੇ, ਸਾਡੀਆਂ ਪੌੜੀਆਂ ਦੇ ਦਰਵਾਜ਼ੇ ਭੰਨ ਤੇ ਇਹਨਾਂ ਨੇ ਸਾਰੇ ਅੰਦਰ ਦਾਖਲ ਹੋਏ ਨੇ। ਇਹ ਦਾਖਲ ਹੋ ਕੇ ਤੇ ਮੇਰੇ ਹੱਥੋਂ ਪਾਈ ਪਏ, ਸਾਡੇ ਸਮਾਨ ਨੂੰ ਪੈ ਗਏ। ਮੇਰਾ ਫੋਨ ਵੀ ਇਹਨਾਂ ਨੇ ਖੋਲਿਆ। ਕਾਰਨ ਕੀ ਸੀਗਾ? ਸਾਰਾ ਕਾਰਨ ਇਹ ਸਾਨੂੰ ਕਹਿੰਦੇ ਇੱਥੋਂ ਨਿਕਲੋ। ਭਾਜੀ ਅਸੀਂ 40 ਸਾਲ ਦੇ ਵੱਡੇ ਬਾਬਾ ਜੀ ਜਿਉਂਦੇ ਸੀ ਉਦੋਂ, ਸਾਨੂੰ ਖੁਦ ਆਪਣੇ ਪਿੰਡੋਂ ਲੈ ਕੇ ਆਏ ਨੇ ਸਾਡਾ ਸਮਾਨ ਚਕਵਾ ਕੇ। ਅੱਜ ਇਹ ਕੱਲ ਦੇ ਬਣੇ, ਇਹ ਸਾਨੂੰ ਅੱਜ ਸਾਰੇ ਜਿੰਨੇ ਵੀ ਸੇਵਾਦਾਰ ਬਾਬਾ ਜੀ ਦੇ ਸੀ ਇਹਨਾਂ ਨੇ ਸਾਰੇ ਸੇਵਾਦਾਰਾਂ ਨੂੰ ਇੱਥੋਂ ਕੱਢ ਦਿੱਤਾ। ਪਰਸੋਂ ਹਫਤੇ ਦੀ ਗੱਲ ਹੈ, ਇੱਕ ਸੇਵਾਦਾਰ ਉਦੋਂ ਵੀ ਉੱਥੇ ਰਹਿੰਦਾ ਸੀ, ਉਹਨਾਂ ਦੇ ਘਰ ਕੋਈ ਨਹੀਂ ਸੀ ਅੰਦਰ। ਇਹਨਾਂ ਨੇ ਉਹਨਾਂ ਦਾ ਸਮਾਨ ਵੀ ਬਾਹਰ ਸਿੱਟਿਆ ਤੇ ਉਹਨੂੰ ਕੁੱਟਿਆ, ਉਹਦਾ ਮੋਬਾਈਲ ਖੋਇਆ ਇਹਨਾਂ ਨੇ। ਇਹ ਸਾਰੇ ਬਾਬਾ ਜੀ ਦੇ ਸੇਵਾਦਾਰਾਂ ਨਾਲ ਹੋ ਰਿਹਾ ਹੈ ਕੁਛ ਤੇ ਜਨਾਨੀਆਂ ਨੂੰ ਹੱਥਾਂ ਅਸੀਂ ਬਾਹਰ 6 ਨੰਬਰ ਗੇਟ ਕੋਲ ਰਹਿੰਦੇ। ਅਸੀਂ 6 ਨੰਬਰ ਗੇਟ ਦੇ ਬਾਹਰ ਨਿਕਲ ਕੇ ਇਹਨਾਂ ਨੇ ਕੋਠੇ ਦੇ ਉੱਤੇ ਆ ਕੇ ਸਾਰਾ ਕੁਝ ਇਹ ਕੰਮ ਕੀਤਾ। ਸਾਨੂੰ ਧੱਕੇ ਮਾਰ ਕੇ ਮੈਨੂੰ 6 ਨੰਬਰ ਗੇਟ ਦੇ ਅੰਦਰ ਬੰਦ ਕਰਕੇ ਸਾਡਾ ਸਾਰਾ ਸਮਾਨ ਇਹਨਾਂ ਨੇ ਬਾਹਰ ਕੱਢਿਆ। ਕੋਈ ਮਾਮਲਾ ਮੇਰੇ ਕੋਲ ਤੱਕ ਕੋਈ ਲਿਖਤੀ ਕੰਪਲੇਂਟ ਨਹੀਂ ਆਈ, ਨਾ ਜਵਾਨੀ ਨਾ ਟੈਲੀਫੋਨ ਕੋਈ ਨਹੀਂ ਆਇਆ। ਇਹ ਦੱਸਣਗੇ ਫਿਰ ਦੇਖਦੇ ਕੀ ਹੋਇਆ ਇਹਨਾਂ ਨਾਲ। ਇੱਥੇ ਅੱਜ ਸਮਰਾਲਾ ਚੌਂਕ ਆਏ ਨੇ ਇਹ ਆ ਕੇ ਪਤਾ ਲੱਗਾ ਵੀ ਸੁਣਾ ਚੌਕ ਆ ਕੇ ਬਹਿ ਗਏ ਨੇ। ਪਰ ਸਾਡੇ ਕੋਲ ਕੋਈ ਲਿਖਤੀ ਕੰਪਲੇਂਟ ਨਹੀਂ, ਨਾ ਕੋਈ ਦਰਖਾਸਤ ਆ, ਨਾ ਕੋਈ ਨਾ
ਦੋ ਤਿੰਨ ਜਣੇ ਆਏ ਸੀ ਬੱਠੇ ਠਾਲ ਲਏ ਆ। ਮੈਂ ਦੱਸੋ ਕੰਪਲੇਂਟ ਦਿਓ ਜੋ ਹੈਗੀ ਤੁਹਾਡੇ ਬਣਦੀ ਕਾਰਵਾਈ ਕਰਦੇ ਹਾਂ। ਸੈਕਟਰ 90 ਚ ਫੈਸ਼ਨ ਟੈਕਨੋਲੋਜੀ ਪਾਰਕ ਦੇ ਨਾਂ ਤੇ ਬਣਾਏ ਜਾ ਰਹੇ ਮੈਗਾ ਪ੍ਰੋਜੈਕਟ ਦੇ 3 ਹਿੱਸੇਦਾਰਾਂ ਚੋਂ 2 ਨੇ ਆਪਣੇ ਤੀਜੇ ਪਾਰਟਨਰ ਅਤੇ ਇੱਕ ਬਿਲਡਰ ਅਤੇ ਬੈਂਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਰੀਬ 6 ਕਰੋੜ 63 ਲੱਖ ਰੁਪਏ ਦਾ ਹਿੱਸਾ ਹੜੱਪਣ ਲਈ ਠੱਗੀ ਮਾਰੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਮੈਂ ਬੈਂਕ ਜਾ ਕੇ ਪੁੱਛਗਿੱਛ ਕੀਤੀ ਤਾਂ ਦੱਸਿਆ ਗਿਆ ਕਿ ਤੁਹਾਡਾ ਕੋਈ ਖਾਤਾ ਨਹੀਂ ਹੈ। ਇਹ ਗੱਲ ਫੇਜ਼ 1 ਨਿਵਾਸੀ ਪ੍ਰਿਤਪਾਲ ਸਿੰਘ ਮਾਨ ਨੇ ਕਹੀ। ਉਸਨੇ ਦੱਸਿਆ ਕਿ ਸੈਕਟਰ 90 ਵਿੱਚ ਉਸਦੇ ਪਿਤਾ ਹਰਦਿਆਲ ਸਿੰਘ ਮਾਨ, ਗੁਰਸ਼ਰਨ ਬਤਰਾ ਅਤੇ ਸੁਮੇਸ਼ ਚਾਵਲਾ ਵੱਲੋਂ ਫੈਸ਼ਨ ਟੈਕਨੋਲੋਜੀ ਨਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਉਸਦੇ ਪਿਤਾ ਨੇ ਉਸਦੇ 2 ਸਾਥੀਆਂ ਗੁਰਸ਼ਰਨ ਬਤਰਾ ਤੇ ਸੁਮੇਸ਼ ਚਾਵਲਾ ਨੇ ਕਿਹਾ ਕਿ ਇਹ ਪ੍ਰੋਜੈਕਟ ਘਾਟੇ ਵਿੱਚ ਜਾ ਰਿਹਾ ਹੈ, ਇਸ ਲਈ ਹੁਣ ਇਸ ਨੂੰ ਵੇਚ ਦਈਏ ਤਾਂ ਜੋ ਕੁਝ ਮੁਆਵਜ਼ਾ ਮਿਲ ਸਕੇ। ਇਸ ਲਈ ਉਹ ਸਹਿਮਤ ਹੋ ਗਿਆ। ਇਸ ਲਈ ਦੋਵਾਂ ਭਾਈਵਾਲਾਂ ਨੇ ਇਹ ਪ੍ਰੋਜੈਕਟ ਮੋਨਾ ਟਾਊਨਸ਼ਿਪ ਦੇ ਬਿਲਡਰ ਤਜਿੰਦਰਪਾਲ ਸੇਤੀਆ, ਹਿਮਾਨੀ ਸੇਤੀਆ, ਸਾਗਰ ਸੇਤੀਆ ਤੇ ਆਕਾਸ਼ ਸੇਤੀਆ ਨੂੰ ਵੇਚ ਦਿੱਤਾ। ਇਸ ਪ੍ਰੋਜੈਕਟ ਨੂੰ ਵੇਚਣ ਲਈ ਇੱਕ ਪਾਰਟਨਰ ਦੀ ਹਿੱਸੇਦਾਰੀ ਕਰੀਬ 6 ਕਰੋੜ 63 ਲੱਖ ਰੁਪਏ ਦੀ ਬਣਦੀ ਸੀ। ਦੋਵਾਂ ਨੇ ਕਿਹਾ ਕਿ ਸਾਂਝਾ ਖਾਤਾ ਖੋਲ੍ਹਣ ਤੋਂ ਬਾਅਦ ਉਹ ਸਾਰੇ ਪੈਸੇ ਇਸ ਵਿੱਚ ਰੱਖਣਗੇ ਤਾਂ ਜਦੋਂ ਕੰਪਨੀ ਦਾ ਸਾਰਾ ਕੰਮ ਖਤਮ ਹੋ ਜਾਵੇਗਾ ਤਾਂ ਉਹ ਪੈਸੇ ਆਪਸ ਵਿੱਚ ਵੰਡ ਲੈਣਗੇ। ਇਸੇ ਲਈ ਉਹ ਮੰਨ ਗਿਆ, ਪਰ ਦੋਵਾਂ ਭਾਈਵਾਲਾਂ ਨੇ ਮਿਲੀ ਭੁਗਤ ਨਾਲ ਆਪਣੇ ਹਿੱਸੇ ਦੇ 6 ਕਰੋੜ 63 ਲੱਖ ਰੁਪਏ ਉਹਨਾਂ ਦੇ ਖਾਤਿਆਂ 'ਚ ਪਾ ਲਏ। ਮਿਲੇ ਹੋਏ ਨੇ। ਨਾਲ ਦੀ ਨਾਲ ਬੈਂਕ ਨੂੰ ਵੀ ਇਹਨਾਂ ਨੇ ਆਪਣੇ ਨਾਲ ਅਸਰ ਰਸੂਖ ਦੇ ਨਾਲ ਇਹ ਜੋ ਕਾਰਵਾਈ ਕੀਤੀ ਹੈ, ਪੈਸੇ ਟ੍ਰਾਂਸਫਰ ਜਿਹੜੇ ਹੋਏ ਨੇ ਉਹ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਹੋਏ ਨੇ। ਦੂਜੀ ਪਾਰਟੀਆਂ ਲੋਕਲ ਹੈ ਤੇ ਹਾਂਜੀ, ਦੂਜੀ ਪਾਰਟੀਆਂ ਲੋਕਲ ਹੈ ਜਿਹੜੀ ਦੂਜੀ 2 ਬਤਰਾ ਚਾਵਲਾ ਜਿਹੜੇ ਨੇ ਉਹ ਲੋਕਲ ਨੇ ਜੀ, ਇੱਥੇ ਪੰਚਕੂਲਾ ਰਹਿੰਦੇ ਨੇ। ਮੈਨੂੰ ਰਹਿਣ ਦਾ ਪਤਾ ਨਹੀਂ, ਜਿੱਥੇ ਪਹਿਲਾਂ ਰਹਿੰਦੇ ਸੀ ਉੱਥੋਂ ਛੱਡ ਕੇ ਚਲੇ ਗਏ ਨੇ ਜੀ। ਤੇ ਜਿਹੜੇ ਤਜਿੰਦਰਪਾਲ ਸੇਤੀਆ ਇਹ ਦਿੱਲੀ ਦੇ ਨੇ, ਇੱਥੇ ਰੈਂਟ ਤੇ ਰਹਿੰਦੇ ਹੋਣਗੇ, ਉਹਦੇ ਬਾਰੇ ਮੈਨੂੰ ਪਤਾ ਨਹੀਂ ਇਹ ਆਪਣਾ ਹੈ ਜਾਂ ਜੋ ਵੀ ਹੈ, ਲੇਕਿਨ ਪ੍ਰੋਜੈਕਟ ਇੱਥੇ ਕਰ ਰਹੇ ਨੇ। ਜਿਹੜਾ ਉਸ ਵੇਲੇ ਮੈਨੇਜਰ ਸੀ ਉਹਦਾ ਨੰਬਰ ਦੇ ਦਿਓ, ਕੀ ਨਾਮ ਕੀ ਸੀ? ਉਸ ਟਾਈਮ ਕੁਝ ਨਹੀਂ ਦੱਸਿਆ ਜੀ ਬੈਂਕ ਵਾਲਿਆਂ ਨੇ ਸਾਨੂੰ। ਉਹ ਕਹਿੰਦੇ ਜੀ ਅਸੀਂ ਇੰਟਰਨਲ ਇਨਕੁਆਇਰੀ ਕਰ ਰਹੇ ਹਾਂ, ਜਦੋਂ ਹੋ ਜਾਏਗੀ ਤੁਹਾਨੂੰ ਅਸੀਂ ਦੱਸ ਦਾਂਗੇ। ਕੁਝ ਨਹੀਂ ਦੱਸਿਆ ਜੀ ਉਹਨਾਂ ਨੇ। ਬੈਂਕ ਦੇ ਉੱਤੇ ਹੈ ਜੀ, ਬੈਂਕ ਪਾਰਟੀ ਹੈ, ਬੈਂਕ ਹੈ ਜੀ ਸਾਰਿਆਂ ਦੇ। ਹਾਂਜੀ, ਸਾਰੇ ਪਾਰਟੀ ਜਿਹੜੇ ਹੈਗੇ ਗੁਰਸ਼ਰਨ ਬਤਰਾ, ਸੁਮੇਸ਼ ਚਾਵਲਾ। ਹਾਂਜੀ, ਮੈਂ ਤੁਹਾਨੂੰ ਉਹਦੀ ਕਾਪੀਆਂ ਦੇ ਦਿੰਦਾ। ਹਾਂਜੀ, ਬਤਰਾ ਚਾਵਲਾ ਤਾਂ ਪੁਰਾਣੇ ਜਿਹੜੇ ਹੈਗੇ ਨੇ ਇੱਥੇ ਕੰਮ ਕਰਦੇ ਸੀ, ਮੇਰੇ ਫਾਦਰ ਸਾਹਿਬ ਦੇ ਨਾਲ ਹੀ ਸੀਗੇ ਜੀ। ਸੁਸਾਇਟੀ ਉਹਨਾਂ ਨੇ ਬਣਾਈ ਸੀ ਪਹਿਲਾਂ, ਪੰਚਮ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਸੈਕਟਰ 68 ਦੇ ਵਿੱਚ ਬਣਾਈ ਸੀ। ਉਸ ਤੋਂ ਬਾਅਦ ਨਵਾਂ ਪ੍ਰੋਜੈਕਟ ਫਿਰ ਸ਼ੁਰੂ ਕੀਤਾ ਸੀ 2007 ਦੇ ਵਿੱਚ ਜੀ। ਤੇ ਬਸ ਮੈਂ ਇੰਨਾ ਬੁਲਾਇਆ ਸਟੇਟਮੈਂਟ ਲੈਣ ਵਾਸਤੇ। ਪੁਲਿਸ ਨੇ ਆਪਣੇ ਲੈਵਲ ਤੇ ਜਦੋਂ ਸਟੇਟਮੈਂਟ ਲਿੱਤੀ ਹੈ, ਬੈਂਕ ਵਾਲੇ ਉੱਥੇ ਵੀ ਇਹੀ ਸਟੇਟਮੈਂਟ ਦੇ ਕੇ ਗਏ ਆ ਕਿ ਇਹ ਅਕਾਊਂਟ ਸਿਰਫ 2 ਜਣਿਆਂ ਦੇ ਨਾਮ ਤੇ ਹੀ ਬੋਲਦਾ। ਫਿਰ ਉਹਨਾਂ ਨੇ ਕਿਉਂ ਕੀਤਾ ਕਿ ਇਹ ਨਹੀਂ ਬੋਲਿਆ? ਉਹਦੇ ਬਾਰੇ ਉਹ ਸਾਨੂੰ ਕਹਿ ਰਹੇ ਜੀ ਅਸੀਂ ਇੰਟਰਨਲ ਇਨਕੁਆਇਰੀ ਕਰਨੀ ਹੈ। ਮੇਰੀ ਉੱਥੇ ਨਾ ਇਸ ਗੱਲ ਤੇ ਉਹਨਾਂ ਨਾਲ ਬਹਿਸ ਵੀ ਹੋਈ ਕਿ ਜੇ ਇੰਟਰਨਲ ਇਨਕੁਆਇਰੀ ਕਰਨੀ ਹੈ 2015 ਦੇ ਵਿੱਚ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ। ਇਹਦੇ ਬਾਰੇ ਕੁਝ ਨਹੀਂ ਦੱਸਿਆ ਪੁਲਿਸ ਨੂੰ? ਕੁਝ ਨਹੀਂ ਦੱਸਿਆ ਜੀ ਉਹਨਾਂ ਨੇ। ਪੁਲਿਸ ਨੂੰ ਇਹੀ ਕਹਿ ਕੇ ਗਏ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ, ਅਸੀਂ ਇੰਟਰਨਲ ਇਨਕੁਆਇਰੀ ਕਰ ਰਹੇ ਹਾਂ। ਨਾਲ ਦੀ ਨਾਲ ਪੁਲਿਸ ਨੂੰ ਇਹ ਕਹਿ ਗਏ ਕਿ ਤੁਸੀਂ ਜਿਹੜਾ ਹੈਗਾ ਸਾਨੂੰ ਈਮੇਲ ਕਰਕੇ ਜਾਂ ਪਰਵਾਨਾ ਕੱਢ ਕੇ ਸਾਨੂੰ ਜੋ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਉਸ ਟਾਈਮ ਦਾ ਮੈਨੇਜਰ ਜਿਹੜਾ ਸੀਗਾ ਤਾਂ ਤੁਸੀਂ ਸਾਨੂੰ ਰਿਕੁਐਸਟ ਲੈਟਰ ਦੇ ਦਿਓ, ਅਸੀਂ ਉਹਦਾ ਤੁਹਾਨੂੰ ਡਿਟੇਲ ਦੇ ਦੇਵਾਂਗੇ। HDFC ਬ੍ਰਾਂਚ ਸੈਕਟਰ 9 ਚੰਡੀਗੜ੍ਹ ਦੀ। ਲੇਕਿਨ ਉਹ ਅੱਜ ਤੱਕ ਕੋਈ ਉੱਥੇ ਡਾਕੂਮੈਂਟ ਨਹੀਂ ਜੀ ਆਇਆ, ਕੋਈ ਕੁਝ ਨਹੀਂ ਹੋਇਆ। ਤੇ ਜਿਹੜਾ ਹੈ ਗੁਰਸ਼ਰਨ ਬਤਰਾ ਇੱਕ ਥੋੜਾ ਪਹੁੰਚ ਵਾਲਾ ਬੰਦਾ ਹੈਗਾ ਜੀ, ਉਹਦੀ ਜਿਹੜੀ ਹੈ ਸਰਕਾਰੀ ਜਿਹੜੇ ਹੈਗੇ ਆ ਜਾਂ ਸਰਕਾਰ ਕਹਿ ਲਓ ਜਾਂ ਕੋਈ ਟੌਪ ਅਫੀਸ਼ੀਅਲ ਕਹਿ ਲਓ, ਉਹਦੀ ਮਦਦ ਕਰ ਰਹੇ ਆ। ਕਿਉਂਕਿ SP ਸਾਹਿਬ ਜਿਹੜੇ ਨੇ, ਜਿਸ ਤਰੀਕੇ ਨਾਲ SP ਸਾਹਿਬ ਨੇ ਮੇਰੇ ਕੇਸ ਨੂੰ ਸੁਣਿਆ ਸੀ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਕੇਸ ਨੂੰ ਆਪਣੇ ਕੋਲੇ ਲਿਆ, ਉਸ ਤੋਂ ਸਾਫ਼ ਜ਼ਾਹਰ ਸੀਗਾ ਕਿ ਮੈਨੂੰ ਇਨਸਾਫ ਮਿਲੇਗਾ ਜੀ। ਲੇਕਿਨ ਜਿਸ ਤਰੀਕੇ ਨਾਲ ਹੁਣ ਡੀਲ ਹੋ ਰਹੀ ਹੈ ਉਸ ਤਰੀਕੇ ਨਾਲ ਇਹ ਲੱਗ ਰਿਹਾ ਕਿ ਇਹ ਕਾਰਵਾਈ ਨੂੰ ਇੱਥੇ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਨਾ ਉਹਨਾਂ ਨੂੰ ਕੰਮ ਨਹੀਂ ਕੀਤਾ ਜਾਣ ਦੇ ਰਿਹਾ, SP ਸਾਹਿਬ ਨੂੰ, SP ਨਵਦੀਪ ਵਿਰਕ ਜਿਹੜੇ ਨੇ ਉਹਨਾਂ ਨੂੰ ਕੰਮ ਨਹੀਂ ਕੀਤਾ ਜਾਣ ਦੇ ਰਿਹਾ, ਕਿਉਂਕਿ ਇਹ ਬੰਦੇ ਪਹੁੰਚ ਵਾਲੇ ਨੇ ਜੀ। ਔਰ ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਮੈਨੂੰ ਜਿਹੜੇ ਹੈ ਸੁਨੇਹੇ ਇਹ ਮਿਲ ਰਹੇ ਆ ਕਿ ਤੂੰ ਇਹਨਾਂ ਨਾਲ ਪੰਗੇ ਨਾ ਲੈ, ਇਹ ਬੰਦੇ ਬੜੇ ਖਤਰਨਾਕ ਨੇ, ਤੇਰਾ ਨੁਕਸਾਨ ਹੋ ਜਾਏਗਾ ਕੋਈ ਨਾ ਕੋਈ। ਤੇ ਮੇਰੀ ਬੇਵਸੀ ਇਹ ਹੈ, ਮੇਰੇ ਮਦਰ ਫਾਦਰ ਵੀ ਚਲੇ ਗਏ ਜੀ ਇਸੇ ਡਿਪਰੈਸ਼ਨ ਦੇ ਕਰਕੇ। ਮੇਰੇ ਮਦਰ ਫਾਦਰ ਚਲੇ ਗਏ। ਡਿਪਰੈਸ਼ਨ ਹੁਣ ਮੈਨੂੰ ਵੀ ਥੋੜਾ ਜਿਹੜਾ ਹੈ ਫੀਲ ਹੋਣ ਲੱਗ ਰਿਹਾ। ਮੈਨੂੰ ਇਨਸਾਫ, ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਮੇਰਾ ਜਿਹੜਾ ਇੱਕ ਮਕਾਨ ਹੈ, ਮੈਂ ਉਹ ਵੀ ਜਿੱਥੇ ਮੈਂ ਰਹਿ ਰਿਹਾ ਅੱਜ ਦੇ ਟਾਈਮ 'ਚ, ਉਹ ਮਕਾਨ ਲੋਨ ਦੇ ਉੱਤੇ ਅਸੀਂ ਲੋਨ ਲਿਆ ਸੀ। ਉਸ ਦੇ ਉੱਤੇ ਮੇਰੇ ਫਾਦਰ ਸਾਹਿਬ ਨੇ 2015 'ਚ ਹੀ ਲੋਨ ਲਿਆ ਸੀ, ਜਿਸ ਟਾਈਮ ਦੇ ਵਿੱਚ ਸਾਰੀ ਗੇਮ ਹੋਈ ਹੈ।
ਤੇ ਸਾਨੂੰ ਜਿਹੜਾ ਹੈ ਅੱਜ ਦੇ ਦਿਨ ਉਹ ਲੋਨ ਮੈਂ ਚੁਕਾ ਨਹੀਂ ਪਾ ਰਿਹਾ ਤੇ ਮੇਰਾ ਮਕਾਨ ਜਿਹੜਾ ਹੈ ਉਹ ਬੈਂਕ ਦੇ ਪੋਜੈਸ਼ਨ ਕੋਲੇ ਜਾਣ ਵਾਸਤੇ ਰੈਡੀ ਹੈ। ਮੈਂ ਉਹਨਾਂ ਕੋਲੇ ਬੜੇ ਟਾਈਮ ਲੈ ਕੇ ਟਾਈਮ ਕੱਢ ਰਿਹਾ ਆਪਣਾ। ਮੇਰੀ ਹਾਲਤ ਇਹੋ ਜਿਹੀ ਹੋਈ ਹੈ ਕਿ ਮੈਨੂੰ ਨਾ ਤਾਂ ਉੱਧਰੋਂ ਕੁਝ ਮਿਲ ਰਿਹਾ ਤੇ ਨਾ ਮੇਰੀ ਇੱਧਰ ਕੋਈ ਸੁਣਵਾਈ ਹੋ ਰਹੀ ਹੈ। ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਜਿਹੜੇ ਬੰਦਿਆਂ ਨੇ ਮੇਰੇ ਫਾਦਰ ਨਾਲ ਫਰਾਡ ਕੀਤਾ ਹੈ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਹਲਕਾ ਖਰੜ ਦੇ ਉੱਗੇ ਸਮਾਜ ਸੇਵੀਆਂ ਵੱਲੋਂ 21 ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜਾਂ ਦਾ ਸੱਦਾ ਪੱਤਰ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਪ੍ਰੈਸ ਰਿਲੀਜ਼ ਰਾਹੀਂ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਗੇ ਸਮਾਜ ਸੇਵੀ MP ਜਸੜ ਸ਼੍ਰੀ ਮੀਤ ਪ੍ਰਧਾਨ ਪੰਜਾਬ ਯੂਨਾਈਟਿਡ ਬਿਊਰੋ ਆਫ ਹਿਊਮਨ ਰਾਈਟਸ ਐਂਡ ਕ੍ਰਾਈਮ ਕੰਟਰੋਲ ਨੇ ਦੱਸਿਆ ਕਿ ਇਹ ਆਨੰਦ ਕਾਰਜ ਆਉਣ ਵਾਲੇ 5 ਮਾਰਚ 2023 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ ਤੇ ਇਸ ਸਮਾਗਮ ਦਾ ਪੂਰਾ ਖਰਚਾ ਕਰ ਭਲਾ ਹੋ ਭਲਾ NGO ਵੱਲੋਂ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਜੋ ਕਿ ਇਹਨਾਂ 22 ਸਮਾਜ ਸੇਵੀਆਂ ਵੱਲੋਂ ਰਲ ਕੇ ਬਣਾਈ ਗਈ ਹੈ। ਜਸੜ ਨੇ ਵੀ ਦੱਸਿਆ ਕਿ ਇਸ NGO ਨੂੰ ਅੱਗੇ ਹੋ ਕੇ ਪਿੰਡ ਘੜੂਆਂ ਤੋਂ ਗੁਰਪ੍ਰੀਤ ਨੋਆ ਚਲਾ ਰਹੇ ਹਨ ਤੇ ਕਿਸੇ ਵੀ ਤਰ੍ਹਾਂ ਦੇ ਪੈਸਿਆਂ ਦਾ ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾ ਰਿਹਾ। ਉਹਨੇ ਵੀ ਦੱਸਿਆ ਕਿ ਸਾਰੇ ਹੀ ਸਮਾਜ ਸੇਵੀ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਤਰੀਕੇ ਨਾਲ ਸਮੇਂ ਸਿਰ ਕਈ ਸਮਾਜ ਭਲਾਈ ਦੇ ਕੰਮ ਨਿਰੰਤਰ ਕਰ ਰਹੇ ਹਨ, ਜੋ ਕਿ ਹੁਣ ਤੱਕ ਜਾਰੀ ਹਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ MP ਜਸੜ। ਕਰ ਭਲਾ ਹੋ ਭਲਾ NGO ਵੱਲੋਂ 5 ਮਾਰਚ ਨੂੰ ਪਿੰਡ ਘੜੂਆਂ ਵਿਖੇ ਲੋੜਵੰਦ ਧੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਤੇ ਅਸੀਂ ਸਾਰੇ ਭਰਾ ਰਲ ਕੇ ਇਸ ਕਾਰਜ ਨੂੰ ਹੋਰ ਭਰਾਵਾਂ ਦੇ ਕਿਰਪਾ ਸਦਕਾ ਅਸੀਂ ਇਸ ਕਾਰਜ ਨੂੰ ਕਰਨ ਜਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪਰਿਵਾਰ ਨੇ, ਜਿੰਨੀਆਂ ਵੀ ਲੋੜਵੰਦ ਧੀਆਂ ਨੇ ਜਿਹੜਾ ਕਿ ਇਹ ਸਮੂਹਿਕ ਵਿਆਹ ਦਾ ਆਪਣਾ ਲਾਹਾ ਲੈਣਾ ਚਾਹੁੰਦੇ ਨੇ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਹੋਰ ਵੀ ਬਹੁਤ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਅਸੀਂ ਨਿਰੰਤਰ ਸੇਵਾ ਹੋਰ ਕਈ ਤਰੀਕਿਆਂ ਨਾਲ ਕਰਦੇ ਆ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਪਹਿਲਾਂ ਤਾਂ ਇਸ ਸਮੂਹਿਕ ਵਿਆਹ ਦੇ ਵਿੱਚ 5 ਮਾਰਚ ਨੂੰ ਘੜੂਆਂ ਵਿਖੇ ਜ਼ਰੂਰ ਹਾਜ਼ਰੀ ਲਵਾਉਣੀ ਹੈ ਤੇ ਜਿਹੜੇ ਵੀ ਮੇਰੇ ਵੀਰ ਕਿਸੇ ਲੋੜਵੰਦ ਪਰਿਵਾਰ ਨੂੰ ਜਾਣਦੇ ਨੇ ਜਿਨ੍ਹਾਂ ਦੇ ਕੋਲ ਵੀ ਕੋਈ ਵੀ ਧੀ ਕੋਈ ਆਪਣੀ ਲੋੜਵੰਦ ਪਰਿਵਾਰ ਦੀ ਹੋਵੇ ਜਿਹੜਾ ਕਿ ਸਮੂਹਿਕ ਵਿਆਹ ਦੇ ਵਿੱਚ ਇੱਥੇ ਹਾਜ਼ਰੀ ਲਵਾਉਣਾ ਚਾਹੁੰਦੇ ਨੇ ਤੇ ਇੱਥੇ ਆਨੰਦ ਕਾਰਜ ਕਰਵਾਉਣਾ ਚਾਹੁੰਦੇ ਨੇ, ਉਹ ਸਾਡੇ ਇੱਥੇ ਹਾਜ਼ਰੀ ਲਵਾਉਣ ਤੇ 5 ਮਾਰਚ ਨੂੰ ਸਾਰੇ ਹੀ ਵੱਧ ਚੜ ਕੇ ਘੜੂਆਂ ਵਿਖੇ ਪਹੁੰਚੋ ਤਾਂ ਜੋ ਅਸੀਂ ਇਹਨਾਂ ਧੀਆਂ ਦੇ ਭਰਾ ਬਣ ਕੇ ਅਸੀਂ ਇੱਥੇ ਇਹਨਾਂ ਨੂੰ ਮੋਢਾ ਲਾ ਕੇ ਆਨੰਦ ਕਾਰਜ ਕਰਵਾ ਸਕੀਏ ਤੇ ਇਹ ਨੇਕ ਕਾਰਜ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ DSP CIA ਗੁਰਸ਼ੇਰ ਸੰਧੂ ਦੀ ਅਗਵਾਈ ਵਿੱਚ ਗਨ ਪੁਆਇੰਟ ਤੇ ਕਾਰਾਂ ਖੋਹਣ ਵਾਲੇ ਗਿਰੋਹ ਦੇ ਮੁੱਖ ਆਰੋਪੀ ਅਰਵਿੰਦ ਸੋਢੀ ਨੂੰ 4 ਪਿਸਟਲਾਂ ਤੇ 15 ਜਿੰਦਾ ਕਾਰਤੂਸ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਉਕਤ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਗਏ। ਸਭਾ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਪਿਛਲੇ ਸਾਲ ਦੇ ਵਿੱਚ 3 ਜਿਹੜੀਆਂ ਕਾਰ ਜੈਕਿੰਗ ਦੇ ਮਾਮਲੇ ਸਾਹਮਣੇ ਆਏ ਸੀਗੇ ਜਿਹਦੇ ਵਿੱਚ 24 ਔਰ 25 ਨਵੰਬਰ ਨੂੰ 18 ਦਸੰਬਰ ਨੂੰ 3 ਗੱਡੀਆਂ ਮਾਲੀ ਖੇਤਰ ਵਿੱਚੋਂ ਜਿਹੜੀਆਂ ਖੋਹੀਆਂ ਗਈਆਂ ਸੀ ਗਨ ਪੁਆਇੰਟ ਤੇ। ਇਹ ਗੱਡੀਆਂ ਖੋਹਣ ਵਾਲਾ ਜਿਹੜਾ ਗਰੋਹ ਸੀਗਾ ਇਹ ਮੁੱਢਲੇ ਤੌਰ ਤੇ ਜਲਾਲਾਬਾਦ ਔਰ ਫਿਰੋਜ਼ਪੁਰ ਨਾਲ ਸੰਬੰਧਿਤ ਸੀਗਾ। ਗੈਂਗ ਦੇ 3 ਆਰੋਪੀ ਸੁਖਪਾਲ ਸਿੰਘ, ਪ੍ਰਿਤਪਾਲ ਸਿੰਘ ਔਰ ਵਰਿਆਮ ਸਿੰਘ ਇਹਨਾਂ ਨੂੰ ਮਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਔਰ ਇਹਨਾਂ ਪਾਸੋਂ 3 ਗੱਡੀਆਂ ਰਿਕਵਰ ਕਰ ਲਈਆਂ ਗਈਆਂ ਸੀ ਔਰ ਨਾਲ ਹੀ 3 ਵੈਪਨ ਇਹਨਾਂ ਕੋਲੋਂ ਰਿਕਵਰ ਕੀਤੇ ਗਏ ਸੀ। ਹੁਣ ਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਇਸ ਸਰਗਨੇ ਦਾ ਮੇਨ ਦੋਸ਼ੀ ਅਰਵਿੰਦ ਸੋਢੀ ਉਹ ਗ੍ਰਿਫਤਾਰ ਕੀਤਾ ਗਿਆ ਔਰ ਇਸ ਪਾਸੋਂ 4 ਇਲੀਗਲ ਵੈਪਨ ਔਰ 15 ਰਾਉਂਡ ਜਿਹੜੇ ਰਿਕਵਰ ਕੀਤੇ ਗਏ। ਸਰ ਕੋਈ ਮੋਡਸ ਸਟੱਡੀ ਹੁੰਦੀ ਜਿਹੜੀ ਆ ਕਿਸ ਤਰ੍ਹਾਂ ਦੀ ਸੀਗੀ ਔਰ ਕਿਵੇਂ ਦੋਸ਼ੀ ਮਤਲਬ ਆਪਣੇ ਸ਼ਿਕਾਰ ਨੂੰ ਅੰਜਾਮ ਦਿੰਦੇ? ਮੋਡਸ ਆਪਰੈਂਡੀ ਇਹਨਾਂ ਦਾ ਮੁੱਢਲੀ ਤੌਰ ਤੇ ਇਹ ਸੀ ਇਹ ਜਲਾਲਾਬਾਦ ਏਰੀਆ ਤੋਂ ਆਉਂਦੇ ਸੀ ਗੱਡੀ ਤੇ ਔਰ ਰਾਤ ਦੇ ਟਾਈਮ ਤੇ 12 ਤੋਂ ਸਵੇਰੇ 4 ਵਜੇ ਤੱਕ ਇਹ ਵੇਖਦੇ ਸੀਗੇ ਕਿ ਸੁਨਸਾਨ ਏਰੀਆ ਦੇ ਵਿੱਚ ਕਿਹੜੀਆਂ ਗੱਡੀਆਂ ਖੜੀਆਂ ਨੇ ਔਰ ਉਹ ਜਿਹੜੇ ਵੀ ਵਿਕਟਿਮ ਹੁੰਦੇ ਸੀਗੇ ਉਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਡਰਾ ਕੇ ਉਹਨਾਂ ਕੋਲੋਂ ਗੱਡੀਆਂ ਜਿਹੜੀਆਂ ਖੋਹੀਆਂ ਜਾਂਦੀਆਂ ਸੀ। ਅਸਲਾ ਕਿੰਨਾ ਕੁ ਬਰਾਮਦ ਹੋਇਆ? ਇਹਨਾਂ ਕੋਲੋਂ ਜੀ ਹੁਣ 4 ਵੈਪਨ ਕਵਰ ਹੋਏ ਨੇ ਜਿਹੜੇ ਕੰਟਰੀ ਮੇਡ ਵੈਪਨ ਨੇ ਔਰ 15 ਰਾਉਂਡ ਨੇ। ਇਸ ਤੋਂ ਪਹਿਲਾਂ ਜਿਹੜੇ 3 ਮੈਂਬਰ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਕੋਲੋਂ 3 ਵੈਪਨ ਜਿਹੜੇ ਕਵਰ ਕੀਤੇ ਗਏ ਸੀ। ਤੇ ਆਉਣ ਵਾਲੇ ਸਮੇਂ 'ਚ ਜਿਹੜੇ ਇਹਨਾਂ ਦੇ ਸਾਥੀ ਆ ਕੋਈ ਹੋਰ ਵੀ ਮਤਲਬ ਗ੍ਰਿਫਤਾਰ ਹੋਣ ਦੀ ਸੰਭਾਵਨਾ ਹੈਗੀ ਆ ਕੋਈ ਇਹਨਾਂ ਦੇ ਸਾਥੀ ਜਿਹੜੇ ਜਿੱਥੋਂ ਤੱਕ ਕਿ ਗੈਂਗ ਦਾ ਸੰਬੰਧ ਹੈਗਾ ਇਹ ਸਾਰੇ ਇਹਨਾਂ ਦੇ ਜਿਹੜੇ ਸਾਥੀ ਗ੍ਰਿਫਤਾਰ ਕਰ ਲਏ ਗਏ ਨੇ ਬਟ ਜਿਹੜਾ ਵੈਪਨ ਦਾ ਸੋਰਸ ਹੈਗਾ ਉਹਦੇ ਬਾਰੇ ਜਿਹੜੀ ਤਫਤੀਸ਼ ਜਿਹੜੀ ਆ ਉਹ ਕਰਨੀ ਬਾਕੀ। ਤੇ ਇਹ ਜਿਹੜੀਆਂ ਵਾਰਦਾਤਾਂ ਸੀਗੀਆਂ ਟੋਟਲ ਕਿੱਥੇ ਦਿੰਦੇ ਸਨ ਕੋਈ ਇਹਨਾਂ ਨੇ ਦੱਸਿਆ ਮੁੱਢਲੀ ਜਾਂਚ ਦੇ ਵਿੱਚ? ਇਹ ਜੀ 3 ਵਾਰਦਾਤਾਂ ਸੀਗੀਆਂ। ਇੱਕ ਸੁਹਾਣਾ ਏਰੀਆ ਨਾਲ ਸੰਬੰਧਿਤ ਸੀਗੀ, ਇੱਕ ਮਟੌਰ ਦੇ ਨਾਲ ਸੰਬੰਧਿਤ ਸੀ, ਇੱਕ ਫੇਸ 11 ਨਾਲ ਸੰਬੰਧਿਤ ਸੀਗੀ। ਇਸ ਤੋਂ ਇਲਾਵਾ 2 ਮੁਕੱਦਮੇ ਇਸ ਆਰੋਪੀ ਤੇ ਹੋਰ ਨੇ ਜਿਹੜੇ ਆਰਮਸ ਐਕਟ ਨਾਲ ਸੰਬੰਧਿਤ ਹੈਗੇ ਉਹ ਜਲਾਲਾਬਾਦ ਔਰ ਖਰੜ ਨਾਲ ਸੰਬੰਧਿਤ ਨੇ
5 ਦਿਨ ਦਾ ਪੁਲਿਸ ਰਿਮਾਂਡ ਹੈਗਾ ਹੈ। ਦੌਰਾਨੇ ਪੁਲਿਸ ਰਿਮਾਂਡ ਹੋਰ ਜਿਹੜੀ ਕੋਈ ਚੀਜ਼ ਸਾਹਮਣੇ ਆਊਗੀ ਉਹ ਤਫਤੀਸ਼ ਦਾ ਪਾਰਟ ਬਣੂਗੀ। ਪਰ ਇੱਕ ਅਹਿਮ ਕੁਐਸਚਨ ਹੈ ਜੀ, ਇੱਕ ਪਿਛਲੇ ਥੋੜੇ ਦਿਨ ਪਹਿਲਾਂ ਤੁਸੀਂ ਇੱਕ ਬਿਆਨ ਪੜਿਆ ਸੀ ਜਿਹੜਾ ਗੱਡੀਆਂ ਮਤਲਬ ਸਕ੍ਰੈਪ ਕਰ ਦਿੰਦਾ ਸੀ, ਕਿ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ ਹੈ ਇਹਨਾਂ ਦਾ? ਏਰੀਆ ਉਹੀ ਹੈ ਜੀ, ਪਰ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੈ। ਇਹ ਮਤਲਬ ਵੱਖਰਾ ਮਾਮਲਾ ਹੈ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।